Hello everyone, welcome to the nursing series. Let's start with our questions. Question is, the school nurse is performing pediculosis capitis, that is head lice assessments. Which assessment finding indicates that a child has a positive head check? ਸੋ ਸਕੂਲ ਨਰਸ ਹੈਗੀ ਆ ਸਕੂਲ ਦੇ ਵਿੱਚ ਸਟੂਡੈਂਟਸ ਦੀ ਹੈਡ ਅਸੈਸਮੈਂਟ ਕਰਨ ਦੀ ਆ ਕਾਹਦੇ ਲਈ ਫॉर ਪੈਡੀਕੁਲੋਸਿਸ ਕੈਪਿਟਸ ਦੈਟ ਇਜ਼ ਹੈਡ ਲਾਈਸ ਜੋ ਹੁੰਦੀ ਆ ਉਹਦਾ ਹੀ ਨੇਮ ਆ ਪੈਡੀਕੁਲੋਸਿਸ ਕੈਪਿਟਸ ਜਿਹਨੂੰ ਜੂਆਂ ਬੋਲ ਦਿੰਦੇ ਆ ਸੋ ਕਿਹੜੀ ਅਸੈਸਮੈਂਟ ਫਾਈਂਡਿੰਗ ਇੰਡੀਕੇਟ ਕਰੂਗੀ ਕਿ ਚਾਈਲਡ ਦਾ ਜੋ ਹੈਡ ਚੈੱਕ ਕੀਤਾ ਗਿਆ ਉਹ ਪੋਜ਼ਿਟਿਵ ਆ ਫॉर ਲਾਈਸ A. Maculopapular lesions behind the ears. B. Lesions in the scalp that extend to the hairline or neck. C. White flaky particles throughout the entire scalp region. D. White sacs attached to the hair shafts in the occipital area. So ਹੁਣ ਜੇ ਅਸੀਂ ਆਪਸ਼ਨਸ ਦੇਖੀਏ ਤਾਂ ਹੈਡ ਲਾਈਸ ਬਿਹਾਈਂਡ ਦ ਈਅਰਸ ਲੀਜਨਸ ਦੇਖੇ ਜਾਂਦੇ ਆ ਸਿਰਫ ਨੋ ਜਾਂ ਫਿਰ ਲੀਜਨਸ ਜਿਹੜੇ ਹੇਅਰ ਲਾਈਨ ਤੋਂ ਐਕਸਟੈਂਡ ਹੋ ਕੇ ਨੈਕ ਤੱਕ ਜਾਂਦੇ ਆ ਇੱਦਾਂ ਦੇ ਲੀਜਨਸ ਹੁੰਦੇ ਆ ਨੋ ਸੀ ਵਾਈਟ ਫਲੇਕੀ ਪਾਰਟੀਕਲਸ ਥਰੂ ਆਊਟ ਦ ਐਂਟਾਇਰ ਸਕੈਲਪ ਰੀਜਨ ਸੋ ਜੋ ਵਾਈਟ ਫਲੇਕੀ ਪਾਰਟੀਕਲਸ ਆ ਲਾਈਸ ਵੀ ਇੱਦਾਂ ਦੀ ਹੀ ਅਪੀਅਰੈਂਸ ਹੁੰਦੀ ਵਾਈਟ ਜ਼ਰੂਰ ਹੁੰਦੀ ਆ ਬਟ ਫਲੇਕੀ ਪਾਰਟੀਕਲਸ ਥਰੂ ਆਊਟ ਦ ਐਂਟਾਇਰ ਸਕੈਲਪ ਸੋ ਇਹ ਤਾਂ ਡੈਂਡਰਫ ਹੁੰਦੀ ਆ ਦਿਸ ਇਜ਼ ਨਾਟ lice, right? So this is wrong. Option D, white sacs attached to the hair shafts in the occipital area. Yes, this is correct. A positive head check ਹੈਗਾ ਆ for head lice. ਸੋ ਇਹ ਕਿਉਂਕਿ ਜਿਹੜੇ ਲਾਈਸ ਦੇ ਐਗਜ਼ ਹੁੰਦੇ ਆ ਜਿਨ੍ਹਾਂ ਨੂੰ ਨਿਟਸ ਵੀ ਬੋਲਿਆ ਜਾਂਦਾ ਆ ਸੋ ਇਹ ਜੋ ਲਾਈਸ ਐਗਜ਼ ਹੁੰਦੇ ਆ ਇਹ ਹੇਅਰ ਸ਼ੈਫਟਸ ਦੇ ਨਾਲ ਬਹੁਤ ਫਰਮਲੀ ਅਟੈਚਡ ਹੁੰਦੇ ਆ ਐਂਡ ਨਿਟਸ ਦੀ ਅਪੀਅਰੈਂਸ ਕਿੱਦਾਂ ਦੀ ਹੁੰਦੀ ਆ ਵਾਈਟ ਸੈਕਸ ਔਰ ਵਾਈਟ ਜਾਂ ਗ੍ਰੇ ਸਮੋਲ ਸੈਕਸ ਜੋ ਕਿ ਹੇਅਰ ਸ਼ੈਫਟ ਦੇ ਨਾਲ ਪੂਰੀ ਤਰ੍ਹਾਂ ਅਟੈਚਡ ਹੁੰਦੇ ਆ ਠੀਕ ਹੈ ਜੀ ਐਂਡ ਇਹ ਯੂਜੂਅਲੀ ਕਿੱਥੇ ਪ੍ਰੈਜ਼ੈਂਟ ਹੁੰਦੇ ਆ ਬੈਕ ਆਫ ਹੈਡ ਨੂੰ ਕਿਹੜਾ ਏਰੀਆ ਬੋਲਦੇ ਆ occipital ਏਰੀਆ Next question ਹੈ ਜੀ the nurse analyzes the laboratory results for a child with hemophilia. The nurse understands that which result will most likely be abnormal in this child. So hemophilia ਕਿਹੜਾ disorder ਹੈਗਾ ਆ this is bleeding disorder. So ਇਹ disorder ਜੋ ਹੈ ਇਹ genetic disorder ਹੈਗਾ ਆ due to deficiency of clotting factors. ਸੋ ਇਹਦੀਆਂ ਮੇਨਲੀ ਦੋ ਟਾਈਪਸ ਆ ਜਾਂਦੀਆਂ ਆ ਹੇਮੋਫੀਲੀਆ ਏ ਐਂਡ ਹੇਮੋਫੀਲੀਆ ਬੀ ਜੋ ਹੇਮੋਫੀਲੀਆ ਏ ਹੈਗਾ ਆ ਇਹ ਹੁੰਦਾ ਆ ਡਿਊ ਟੂ ਡੈਫੀਸ਼ੀਐਂਸੀ ਆਫ ਫੈਕਟਰ 8 ਐਂਡ ਹੇਮੋਫੀਲੀਆ ਬੀ ਇਜ਼ ਡਿਊ ਟੂ ਡੈਫੀਸ਼ੀਐਂਸੀ ਆਫ ਫੈਕਟਰ 9 ਸੋ ਇਹ ਜਦੋਂ ਦੋਨੋਂ ਫੈਕਟਰਸ ਦੀ ਡੈਫੀਸ਼ੀਐਂਸੀ ਹੁੰਦੀ ਹੈ ਇਹ ਦੋਨੋਂ ਫੈਕਟਰਸ ਕਿਹੜੇ ਆ ਕਲੌਟਿੰਗ ਫੈਕਟਰਸ ਇਹਨਾਂ ਦੀ ਕਮੀ ਹੋਣ ਦੇ ਨਾਲ ਹੇਮੋਫੀਲੀਆ ਹੁੰਦਾ ਹੈ ਐਂਡ ਇਸ ਡਿਸਆਰਡਰ ਵਿੱਚ ਕੀ ਹੁੰਦਾ ਹੈ ਕਿ ਜੇ ਕਿਸੇ ਪਰਸਨ ਨੂੰ ਛੋਟੀ ਜਿਹੀ ਵੀ ਇੰਜਰੀ ਹੋ ਜਾਂਦੀ ਆ ਤਾਂ ਉਹਦੇ ਤੋਂ ਬਾਅਦ ਉਹਦੇ ਐਕਸੈਸ ਦੇ ਵਿੱਚ ਬਲੀਡਿੰਗ ਹੁੰਦੀ ਆ ਬਿਕੋਜ਼ ਬਲੱਡ ਜਲਦੀ ਕਲੌਟ ਨਹੀਂ ਕਰਦਾ ਕਲੌਟ ਕਿਉਂ ਨਹੀਂ ਕਰਦਾ ਬਿਕੋਜ਼ ਕਲੌਟਿੰਗ ਫੈਕਟਰਸ ਦੀ ਕਮੀ ਆ ਉਹਦੇ ਵਿੱਚ ਠੀਕ ਹੈ ਜੀ ਸੋ ਕੁਐਸਚਨ ਸਾਨੂੰ ਪੁੱਛਿਆ ਹੈ ਕਿ ਇਸ ਪੇਸ਼ੈਂਟ ਦੇ ਵਿੱਚ ਕਿਹੜੀ ਲੈਬ ਫਾਈਂਡਿੰਗ ਐਬਨੋਰਮਲ ਹੋਊਗੀ ਆਪਸ਼ਨ ਏ ਪਲੇਟਲੇਟ ਕਾਊਂਟ ਸੋ ਪਲੇਟਲੇਟ ਕਾਊਂਟ ਹੇਮੋਫੀਲੀਆ ਵਾਲੇ ਪੇਸ਼ੈਂਟਸ ਦੇ ਵਿੱਚ ਯੂਜੂਅਲੀ ਨਾਰਮਲ ਹੁੰਦਾ ਬਿਕੋਜ਼ ਇਹ ਪਲੇਟਲੇਟਸ ਦੀ ਕਮੀ ਕਰਕੇ ਬਲੀਡਿੰਗ ਨਹੀਂ ਹੋ ਰਹੀ ਇਹਦੇ ਵਿੱਚ ਕਲੌਟਿੰਗ ਫੈਕਟਰਸ ਦੀ ਕਮੀ ਕਰਕੇ ਹੁੰਦੀ ਹੈ ਸੋ ਦਿਸ ਇਜ਼ ਰੋਂਗ ਆਪਸ਼ਨ ਬੀ ਹੈਮੈਟੋਕ੍ਰਿਟ ਲੈਵਲ ਹੈਮੈਟੋਕ੍ਰਿਟ ਮੀਨਸ RBCs ਦੀ ਵੋਲਿਊਮ ਸੋ RBC ਵੋਲਿਊਮ ਜੋ ਹੈਗਾ ਆ ਇਨ ਬਲੱਡ ਬਲੀਡਿੰਗ ਡਿਸਆਰਡਰ ਡਾਇਰੈਕਟਲੀ ਅਫੈਕਟ ਨਹੀਂ ਕਰਦਾ ਆਪਸ਼ਨ ਸੀ ਹੀਮੋਗਲੋਬਿਨ ਲੈਵਲ ਸੋ ਕਰੋਨਿਕ ਬਲੀਡਿੰਗ ਹੋਣ ਦੇ ਨਾਲ ਹੀਮੋਗਲੋਬਿਨ ਲੈਵਲ ਚੇਂਜ ਹੋ ਸਕਦਾ ਆ ਬਟ ਪ੍ਰਾਇਮਰੀ ਡਾਇਗਨੋਸਟਿਕ ਐਬਨੋਰਮੈਲਿਟੀ ਨਹੀਂ ਹੁੰਦੀ ਇਹ ਹੀਮੋਫੀਲੀਆ ਵਾਲੇ ਪੇਸ਼ੈਂਟ 'ਚ ਜੇ ਇੰਜਰੀ ਹੋਣ ਤੋਂ ਬਾਅਦ ਐਕਸੈਸ ਬਲੀਡਿੰਗ ਹੁੰਦੀ ਆ ਸਿਰਫ ਫੇਰ ਲੋ ਹੁੰਦਾ ਆ ਵੈਸੇ ਨਹੀਂ ਹੋਊਗਾ ਸੋ ਦਿਸ ਇਜ਼ ਆਲਸੋ ਰੋਂਗ ਆਪਸ਼ਨ ਡੀ ਪਾਰਸ਼ੀਅਲ ਥ੍ਰੋਮਬੋਪਲਾਸਟਿਨ ਟਾਈਮ ਸੋ ਜਿਹਨੂੰ PTT ਵੀ ਬੋਲਿਆ ਜਾਂਦਾ ਆ ਇਹ ਬਲੱਡ ਟੈਸਟ ਇਹ ਚੈੱਕ ਕਰਦਾ ਆ ਕਿ ਬਲੱਡ ਨੂੰ ਕਲੌਟ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਆ ਸੋ ਹੇਮੋਫੀਲੀਆ ਕਲੌਟਿੰਗ ਡਿਸਆਰਡਰ ਹੈਗਾ ਆ ਐਂਡ ਉਹਦੇ 'ਚ ਅਸੀਂ ਇਹੀ ਚੈੱਕ ਕਰਨਾ ਆ ਕਿ ਕਿੰਨਾ ਟਾਈਮ ਕਲੌਟ ਫਾਰਮੇਸ਼ਨ ਵਿੱਚ ਲੱਗ ਰਿਹਾ ਹੈਗਾ ਆ ਬਲੱਡ ਨੂੰ ਸੋ PTT ਇਜ਼ ਕਰੈਕਟ ਆਨਸਰ ਬਿਕੋਜ਼ ਇਹ ਇਨ ਹੇਮੋਫੀਲੀਆ ਅਬਨੋਰਮਲ ਹੁੰਦਾ ਆ ਮੋਸਟ ਆਫ ਦਾ ਟਾਈਮ ਹੇਮੋਫੀਲੀਆ 'ਚ ਕੀ ਹੁੰਦਾ ਆ PTT ਇੰਕਰੀਜ਼ਡ ਹੁੰਦਾ ਮੀਨਸ ਇਹ ਵਾਲਾ ਜੋ ਟਾਈਮ ਆ ਕਲੌਟਿੰਗ
ਤੇ ਕਿੰਨਾ ਟਾਈਮ ਲੱਗ ਰਿਹਾ ਹੈ, ਟਾਈਮ ਵਧਿਆ ਹੁੰਦਾ ਆ, ਠੀਕ ਹੈ ਜੀ। ਐਂਡ ਇਸ ਤੋਂ ਇਲਾਵਾ ਜੇ ਤੁਹਾਨੂੰ PT ਲਿਖਿਆ ਆਵੇ, ਸੋ PT ਇਜ਼ ਨੋਰਮਲ, ਉਹ ਇੰਕਰੀਜ਼ ਨਹੀਂ ਹੁੰਦਾ, ਓਨਲੀ PTT ਇੰਕਰੀਜ਼ ਹੁੰਦਾ, ਪਲੇਟਲੈਟਸ ਵੀ ਨੋਰਮਲ ਹੁੰਦੇ ਆ, ਠੀਕ ਹੈ ਜੀ। ਸੋ PTT ਇਜ਼ ਪ੍ਰੋਲੋਂਗਡ। Next question है जी, the nurse is monitoring a 3-year-old child for sign and symptoms of increased intracranial pressure after a craniotomy. The nurse plans to monitor for which early sign or symptom of increased ICP. ਸੋ 3-year-old ਚਾਈਲਡ ਦੇ ਵਿੱਚ ਕ੍ਰੇਨੀਓਟਮੀ ਤੋਂ ਬਾਅਦ ਇੰਕਰੀਜ਼ਡ ਇੰਟਰਾਕ੍ਰੇਨੀਅਲ ਪ੍ਰੈਸ਼ਰ ਦਾ ਸਭ ਤੋਂ ਪਹਿਲਾ ਸਾਈਨ ਕਿਹੜਾ ਹੁੰਦਾ ਆ? ਸੋ 3-year-old ਚਾਈਲਡ ਕਿਹੜੀ ਕੈਟੇਗਰੀ ਦੇ ਵਿੱਚ ਆ ਜਾਂਦਾ ਆ? ਇਨ ਟੋਡਲਰ। ਐਂਡ ਇਹਦੇ ਵਿੱਚ ਸਭ ਤੋਂ ਅਰਲੀ ਸਾਈਨ ਕਿਹੜਾ ਹੋਊਗਾ ICP ਇੰਕਰੀਜ਼ ਹੋਣ ਦਾ? ਆਪਸ਼ਨ ਏ ਵੋਮਿਟਿੰਗ। ਸੋ ਯੈਸ, ਵੋਮਿਟਿੰਗ ਬਿਲਕੁਲ ਇਹਨਾਂ ਦੇ ਵਿੱਚ ਫਰਸਟ ਸਾਈਨ ਹੁੰਦਾ ਆ। ਸਪੈਸ਼ਲੀ ਕਿੱਦਾਂ ਦੀ ਵੋਮਿਟਿੰਗ ਹੁੰਦੀ ਆ? ਪ੍ਰੋਜੈਕਟਾਈਲ ਵੋਮਿਟਿੰਗ, ਠੀਕ ਹੈ ਜੀ। ਪ੍ਰੋਜੈਕਟਾਈਲ ਵੋਮਿਟਿੰਗ ਔਰ ਅਨਐਕਸਪਲੇਨ, ਜਿਹਦਾ ਹੋਰ ਕੋਈ ਰੀਜ਼ਨ ਨਹੀਂ ਹੈਗਾ ਬਟ ਵੋਮਿਟ ਹੁੰਦੀ ਆ, ਇਟ ਮੀਨਸ ਉਹਨਾਂ ਵਿੱਚ ਇੰਟਰਾਕ੍ਰੇਨੀਅਲ ਪ੍ਰੈਸ਼ਰ ਜੋ ਹੈ ਰਾਈਜ਼ ਹੋਇਆ ਆ। ਯੈਸ, ਦਿਸ ਇਜ਼ ਅਰਲੀ ਸਾਈਨ ਐਂਡ 3-year-old। ਬਾਕੀ ਆਪਸ਼ਨਸ ਦੇਖਦੇ ਹਾਂ। ਆਪਸ਼ਨ ਬੀ ਬਲਜਿੰਗ ਐਂਟੀਰੀਅਰ ਫੌਂਟੇਨਲ। ਸੋ ਹੁਣ ਐਂਟੀਰੀਅਰ ਫੌਂਟੇਨਲ ਜੋ ਬਲਜ ਆਊਟ ਕਰਨ ਦਿਆ ਆ, ਇਹ ਬਿਲਕੁਲ ਇੰਟਰਾਕ੍ਰੇਨੀਅਲ ਪ੍ਰੈਸ਼ਰ ਹਾਈ ਹੁੰਦਾ ਸਾਈਨ ਹੁੰਦਾ ਆ, ਬਟ 3-year-old ਵਿੱਚ ਨਹੀਂ ਹੋਊਗਾ, ਬਿਕੋਜ਼ 3-year-old 'ਚ ਤਾਂ ਫੌਂਟੇਨਲ ਆਲਰੇਡੀ ਕਲੋਜ਼ਡ ਹੁੰਦੇ ਆ। ਸੋ ਇਹ ਕਿਹਨਾਂ ਵਿੱਚ ਦੇਖਿਆ ਜਾਂਦਾ ਆ? ਇਨ ਇਨਫੈਂਟਸ। ਜੋ ਐਂਟੀਰੀਅਰ ਫੌਂਟੇਨਲ ਆ ਇਹ 18 ਮੰਥਸ ਤੱਕ ਕਲੋਜ਼ ਹੋ ਜਾਂਦਾ ਆ, ਠੀਕ ਹੈ ਜੀ। ਸੋ ਅਗਰ ਇਨਫੈਂਟਸ ਵਿੱਚ ਪੁੱਛਿਆ ਜਾਵੇ ਸਾਈਨ ਆਫ ਇੰਕਰੀਜ਼ ICP, ਫਿਰ ਇਹ ਆ ਸਕਦਾ, ਨਾਟ ਇਨ 3-year-old ਔਰ ਟੋਡਲਰਸ, ਠੀਕ ਹੈ ਜੀ। ਸੋ ਦਿਸ ਇਜ਼ ਰੋਂਗ। ਆਪਸ਼ਨ ਸੀ ਇੰਕਰੀਜ਼ਿੰਗ ਹੈਡ ਸਰਕਮਫਰੈਂਸ। ਇਹ ਵੀ ਇਨਫੈਂਟਸ ਦੇ ਵਿੱਚ ICP ਇੰਕਰੀਜ਼ ਹੁੰਦਾ ਸਾਈਨ ਆ, ਬਿਕੋਜ਼ ਉਹਨਾਂ ਵਿੱਚ ਹੈਡ ਸਰਕਮਫਰੈਂਸ ਇੰਕਰੀਜ਼ ਹੋਣ ਲੱਗ ਪੈਂਦੀ ਹੈ, ਨਾਟ ਇਨ ਟੋਡਲਰਸ, ਠੀਕ ਹੈ ਜੀ। ਨੈਕਸਟ ਆਪਸ਼ਨ ਡੀ ਕੰਪਲੇਨਸ ਆਫ ਫਰੰਟਲ ਹੈਡੇਕ। ਹੈਡੇਕ ਕੈਨ ਬੀ ਸਾਈਨ ਆਫ ਇੰਕਰੀਜ਼ਡ ICP, ਬਟ ਇਹ ਟੋਡਲਰਸ ਦੇ ਵਿੱਚ ਅਰਲੀਐਸਟ ਸਾਈਨ ਐਂਡ ਮੋਸਟ ਰਿਲਾਇਬਲ ਸਾਈਨ ਕੰਸੀਡਰ ਨਹੀਂ ਕੀਤਾ ਜਾਂਦਾ। ਇਹ ਓਲਡਰ ਚਿਲਡਰਨ 'ਚ ਜਾਂ ਐਡਲਟਸ ਦੇ ਵਿੱਚ ਆ ਸਕਦਾ ਆ, ਠੀਕ ਹੈ ਜੀ। ਸੋ ਦਿਸ ਇਜ਼ ਆਲਸੋ ਰੋਂਗ। Next question है जी, a mother brings her 3-week-old infant to a clinic for phenylketonuria rescreening blood test. The test indicates serum phenylalanine level of 1 mg per dl. The nurse reviews this result and makes which interpretation? ਸੋ ਸਭ ਤੋਂ ਪਹਿਲਾਂ ਜੋ ਆਪਣੇ ਕੋਲ ਦਿੱਤਾ ਆ ਫਿਨਾਈਲ ਕੀਟੋਨਿਊਰੀਆ, ਸੋ ਇਹਦੇ ਵਿੱਚ ਕੀ ਹੁੰਦਾ ਆ? ਦਿਸ ਇਜ਼ ਅ ਮੈਟਾਬੋਲਿਜ਼ਮ ਡਿਫੈਕਟ। ਸੋ ਇਹ ਮੈਟਾਬੋਲਿਜ਼ਮ ਡਿਫੈਕਟ ਆ, ਜਿਹਦੇ ਵਿੱਚ ਫਿਨਾਈਲ ਐਲੇਨਾਈਨ ਨਾਮ ਦਾ ਐਂਜ਼ਾਈਮ ਜੋ ਹੈ ਉਹਦੀ ਡੈਫੀਸ਼ੀਐਂਸੀ ਹੁੰਦੀ ਹੈ, ਐਂਡ ਇਹਦੀ ਡੈਫੀਸ਼ੀਐਂਸੀ ਹੋਣ ਕਰਕੇ ਸਿਰਮ ਫਿਨਾਈਲ ਐਲੇਨਾਈਨ ਲੈਵਲ ਹਾਈ ਹੁੰਦਾ ਆ। ਓਕੇ, ਸੋ ਫਿਨਾਈਲ ਐਲੇਨਾਈਨ ਦੀ ਜੋ ਨਾਰਮਲ ਰੇਂਜ ਹੁੰਦੀ ਆ ਦੈਟ ਇਜ਼ ਲੈਸ ਦੈਨ 2 mg per dl। ਸੋ ਸਲਾਈਟਲੀ ਵੇਰੀ ਕਰ ਸਕਦੀ ਹੈ ਬਾਈ ਲੈਬ, ਬਟ ਦਿਸ ਇਜ਼ ਅ ਸਟੈਂਡਰਡ ਰੇਂਜ। ਐਂਡ ਅਗਰ ਲੈਸ ਦੈਨ 2.5 mg per dl ਹੈ, ਇਟ ਮੀਨਸ ਇਟ ਇਜ਼ ਨਾਰਮਲ, ਜਾਂ ਫਿਰ ਆਪਾਂ ਇਹਨੂੰ ਨੈਗੇਟਿਵ ਰੇਂਜ ਕਹਿ ਸਕਦੇ ਹਾਂ। ਐਂਡ ਜੇ ਫਿਨਾਈਲ ਐਲੇਨਾਈਨ ਇਹਦੇ ਨਾਲੋਂ ਹਾਈ ਹੋ ਰਿਹਾ ਆ, ਜ਼ਿਆਦਾ ਵਧਣ ਦਿਆ ਆ, ਤਾਂ ਉਹ ਕੀ ਹੋਊਗਾ? ਫਿਨਾਈਲ ਕੀਟੋਨਿਊਰੀਆ ਪੋਜ਼ੀਟਿਵ ਪੇਸ਼ੈਂਟ ਹੋਊਗਾ, ਠੀਕ ਹੈ। ਜੇ ਲੈਵਲ ਨਾਰਮਲ ਆ ਦੈਨ ਇਟ ਮੀਨਸ ਉਹ ਨੈਗੇਟਿਵ ਆ, ਜੇ ਹਾਈ ਆ ਤਾਂ ਪੋਜ਼ੀਟਿਵ ਆ। ਸੋ ਇਸ ਕੇਸ ਦੇ ਵਿੱਚ ਆਪਣੇ ਕੋਲ ਕੀ ਦਿੱਤਾ ਆ? ਲੈਵਲ ਕਿੰਨਾ ਆ? 1 mg per dl। ਸੋ 1 mg per dl ਨਾਰਮਲ ਰੇਂਜ ਵਿੱਚ ਹੈਗਾ ਆ, ਲੈਸ ਦੈਨ 2 ਆ, ਸੋ ਦ ਟੈਸਟ ਇਜ਼ ਨੈਗੇਟਿਵ ਫॉर ਫਿਨਾਈਲ ਕੀਟੋਨਿਊਰੀਆ। ਹੁਣ ਆਪਣੇ ਕੋਲ ਆਪਸ਼ਨਸ ਕੀ ਦਿੱਤੀਆਂ ਆ? ਏ ਇਟ ਇਜ਼ ਪੋਜ਼ੀਟਿਵ। ਨੋ, ਪੋਜ਼ੀਟਿਵ ਕਦੋਂ ਹੁੰਦਾ ਆ? ਜਦੋਂ ਫਿਨਾਈਲ ਐਲੇਨਾਈਲ 2 ਤੋਂ ਜ਼ਿਆਦਾ ਹੋਵੇ। ਬੀ ਇਟ ਇਜ਼ ਨੈਗੇਟਿਵ। ਯੈਸ, ਦਿਸ ਇਜ਼ ਕਰੈਕਟ ਆਪਸ਼ਨ। ਆਪਸ਼ਨ ਸੀ ਇਟ ਇਜ਼ ਇਨਕਨਕਲੂਸਿਵ। ਇਨਕਨਕਲੂਸਿਵ ਦਾ ਮਤਲਬ ਹੁੰਦਾ ਆ ਨਾਟ ਕਲੀਅਰ। ਸੋ ਇਹਦੇ ਵਿੱਚ ਤਾਂ ਲੈਵਲ ਕਲੀਅਰਲੀ ਦਿੱਤਾ ਹੋਇਆ ਆਪਣੇ ਕੋਲ, ਨਾਰਮਲ ਆ, ਕੋਈ ਕਨਫਿਊਜ਼ਨ ਨਹੀਂ ਇਹਦੇ ਵਿੱਚ। ਸੋ ਦਿਸ ਇਜ਼ ਆਲਸੋ ਰੋਂਗ। ਆਪਸ਼ਨ ਡੀ ਇਟ ਰਿਕੁਆਇਰਸ ਰੀਸਕ੍ਰੀਨਿੰਗ ਐਟ ਏਜ 6 weeks। ਸੋ ਰੀਸਕ੍ਰੀਨਿੰਗ ਮੀਨਸ ਦੁਬਾਰਾ ਤੋਂ ਸਕਰੀਨਿੰਗ ਕਰਨੀ, ਇਹ ਸਿਰਫ ਐਬਨੋਰਮਲ ਜਾਂ ਬਾਰਡਰਲਾਈਨ ਕੇਸਿਸ ਦੇ ਵਿੱਚ ਆਪਾਂ ਕਰਦੇ ਹਾਂ। ਇਹਦੇ ਵਿੱਚ ਤਾਂ ਸਿੱਧਾ ਸਿੱਧਾ ਦਿਖਣ ਦਿਆ ਨੈਗੇਟਿਵ ਆ, ਇੱਥੇ ਰੀਸਕ੍ਰੀਨਿੰਗ ਦੀ ਨੀਡ ਹੀ ਨਹੀਂ ਆ, ਠੀਕ ਹੈ। ਸੋ ਦਿਸ ਇਜ਼ ਆਲਸੋ ਰੋਂਗ। ਕਰੈਕਟ ਆਂਸਰ ਆ ਗਿਆ ਆਪਣਾ ਕਿ 1 mg per dl, ਦਿਸ ਇਜ਼ ਨੈਗੇਟਿਵ ਫॉर ਫਿਨਾਈਲ ਕੀਟੋਨਿਊਰੀਆ।
Next question है जी, a child has fluid volume deficit. The nurse performs an assessment and determines that the child is improving and the deficit is resolving. If which finding is noted? ਸੋ ਗਿਵਨ ਆਪਸ਼ਨਸ ਚੋਂ ਕਿਹੜੀ ਫਾਈਂਡਿੰਗ ਅਗਰ ਸਾਨੂੰ ਦਿਖਦੀ ਆ ਤਾਂ ਸਾਨੂੰ ਪਤਾ ਲੱਗ ਜੂਗਾ ਕਿ ਜੋ ਬੱਚਾ ਆ ਉਹ ਫਲੂਇਡ ਵੋਲਿਊਮ ਡੈਫਿਸਿਟ ਤੋਂ ਰਿਕਵਰ ਕਰ ਰਿਹਾ ਆ, ਉਹਦਾ ਫਲੂਇਡ ਜੋ ਹੈ ਉਹ ਨੋਰਮਲ ਹੁੰਦਿਆ ਆ। ਆਪਸ਼ਨ ਈ, ਦ ਚਾਈਲਡ ਹੈਜ਼ ਨੋ ਟੇਅਰਸ। ਸੋ ਬੱਚੇ ਦੇ ਟੇਅਰਸ ਹੀ ਨਹੀਂ ਆਉਂਦੇ ਹੈਗੇ। ਸੋ ਉਹ ਕੀ ਇੰਡੀਕੇਟ ਕਰਦੇ ਆ, ਉਹ ਡੀਹਾਈਡਰੇਸ਼ਨ ਦਾ ਸਾਈਨ ਆ, ਬੋਡੀ ਵਿੱਚ ਪਾਣੀ ਨਹੀਂ ਹੈਗਾ, ਫਲੂਇਡ ਹੈ ਹੀ ਨਹੀਂ, ਤਾਂ ਹੀ ਉਹ ਟੇਅਰਸ ਨਹੀਂ ਆਉਂਦੇ। ਸੋ ਇਹ ਤੋਂ ਪਤਾ ਲੱਗਦਾ ਕਿ ਫਲੂਇਡ ਵੋਲਿਊਮ ਡੈਫਿਸਿਟ ਰਿਜ਼ੋਲਵ ਹੁੰਦਿਆ ਆ। ਨੋ, ਦਿਸ ਇਜ਼ ਰੋਂਗ। ਇਹ ਤਾਂ ਫਲੂਇਡ ਵੋਲਿਊਮ ਡੈਫਿਸਿਟ ਨੂੰ ਰੀਪ੍ਰਜੈਂਟ ਕਰਨ ਦਿਆ ਆ। ਆਪਸ਼ਨ ਬੀ, ਯੂਰਿਨ ਸਪੈਸੀਫਿਕ ਗ੍ਰੈਵਿਟੀ ਇਜ਼ 1.035। ਸੋ ਯੂਰਿਨ ਸਪੈਸੀਫਿਕ ਗ੍ਰੈਵਿਟੀ ਦੀ ਜੋ ਨੋਰਮਲ ਰੇਂਜ ਹੁੰਦੀ ਆ ਦੈਟ ਇਜ਼ 1.005 to 1.030। ਸੋ ਆਪਸ਼ਨ 'ਚ ਆਪਣੇ ਕੋਲ ਕਿੰਨੀ ਦਿੱਤੀ ਆ, 1.035। ਸੋ ਇਹ ਸਪੈਸੀਫਿਕ ਗ੍ਰੈਵਿਟੀ ਹਾਈ ਹੈ, ਠੀਕ ਹੈ। ਹਾਈ ਸਪੈਸੀਫਿਕ ਗ੍ਰੈਵਿਟੀ ਮੀਨਸ ਕੰਸਨਟ੍ਰੇਟਡ ਯੂਰਿਨ ਹੋਊਗਾ। ਹੁਣ ਕੰਸਨਟ੍ਰੇਟਡ ਯੂਰਿਨ ਕਦੋਂ ਹੁੰਦਾ ਆ, ਜਦੋਂ ਡੀਹਾਈਡਰੇਸ਼ਨ ਹੋਵੇ। ਸੋ ਇਹ ਵੀ ਡੀਹਾਈਡਰੇਸ਼ਨ ਦਾ ਸਾਈਨ ਆ, ਇੱਥੇ ਡੈਫਿਸਿਟ ਰਿਜ਼ੋਲਵ ਨਹੀਂ ਹੁੰਦਿਆ। ਦਿਸ ਇਜ਼ ਆਲਸੋ ਰੋਂਗ। ਆਪਸ਼ਨ ਸੀ, ਕੈਪਿਲਰੀ ਰੀਫਿਲ ਇਜ਼ ਲੈਸ ਦੈਨ 2 seconds। ਸੋ ਇਹ ਸਾਈਨ ਇੱਦਾਂ ਦਾ ਆ ਜੋ ਕਿ ਇੰਡੀਕੇਟ ਕਰਦਾ ਕਿ ਫਲੂਇਡ ਵੋਲਿਊਮ ਡੈਫਿਸਿਟ ਇੰਪਰੂਵ ਹੋ ਰਿਹਾ ਹੈਗਾ ਆ। ਇਸ ਚੀਜ਼ ਨੂੰ ਚੈੱਕ ਕਰਨ ਲਈ ਬੈਸਟ ਮੈਥਡ ਹੁੰਦਾ ਆ। ਸੋ ਅਗਰ ਕੈਪਿਲਰੀ ਰੀਫਿਲ ਲੈਸ ਦੈਨ 2 seconds 'ਚ ਹੁੰਦਿਆ ਆ ਦੈਨ ਇਟ ਇਜ਼ ਪੋਜ਼ਿਟਿਵ ਸਾਈਨ ਕਿ ਫਲੂਇਡ ਵੋਲਿਊਮ ਡੈਫਿਸਿਟ ਰਿਜ਼ੋਲਵ ਹੁੰਦਿਆ ਆ। ਆਪਸ਼ਨ ਡੀ, ਯੂਰਿਨ ਆਊਟਪੁੱਟ ਇਜ਼ ਲੈਸ ਦੈਨ 1 ml per kg per hour। ਸੋ ਯੂਰਿਨ ਆਊਟਪੁੱਟ ਅਗਰ ਲੈਸ ਦੈਨ 1 ml per kg per hour ਆਉਂਦਾ ਹੈ, ਇਟ ਮੀਨਸ ਯੂਰਿਨ ਆਊਟਪੁੱਟ ਇਜ਼ ਲੋ ਯੂਰਿਨ ਆਊਟਪੁੱਟ ਮੀਨਸ ਫਲੂਇਡ ਡੈਫਿਸਿਟ ਆ। ਸੋ ਦਿਸ ਇਜ਼ ਆਲਸੋ ਰੋਂਗ। ਕਰੈਕਟ ਆਂਸਰ ਆਪਣਾ ਕੀ ਆ ਗਿਆ, ਕਿੱਥੋਂ ਸਾਨੂੰ ਪਤਾ ਲੱਗਦਾ ਫਲੂਇਡ ਵੋਲਿਊਮ ਡੈਫਿਸਿਟ ਸਹੀ ਹੋ ਰਿਹਾ ਆ, ਜੇ ਕੈਪਿਲਰੀ ਰੀਫਿਲ ਲੈਸ ਦੈਨ 2 seconds ਆ। ਇਸ ਤੋਂ ਇਲਾਵਾ ਹੋਰ ਕਿਹੜੇ ਸਾਇੰਸ ਇੰਡੀਕੇਟ ਕਰਦੇ ਆ ਕਿ ਫਲੂਇਡ ਵੋਲਿਊਮ ਡੈਫਿਸਿਟ ਸਹੀ ਹੋ ਰਿਹਾ, ਜੇ ਯੂਰਿਨ ਆਊਟਪੁੱਟ ਨੋਰਮਲ ਆ, ਮਿਊਕੋਜ਼ਾ ਮੋਇਸਟ ਆ ਐਂਡ ਸਕਿਨ ਟਰਗਰ ਨੋਰਮਲ ਆ, ਇਹ ਸਾਰੇ ਇੰਡੀਕੇਟ ਕਰਦੇ ਕਿ ਫਲੂਇਡ ਸਟੇਟਸ ਨੋਰਮਲ ਆ। ਨੈਕਸਟ ਕੁਐਸਚਨ ਹੈ ਜੀ, ਅ ਚਾਈਲਡ ਇਜ਼ ਹੌਸਪਿਟਲਾਈਜ਼ਡ ਬਿਕੋਜ਼ ਆਫ ਪਰਸਿਸਟੈਂਟ ਵੋਮਿਟਿੰਗ। ਦ ਨਰਸ ਸ਼ੁੱਡ ਮੋਨੀਟਰ ਦ ਚਾਈਲਡ ਕਲੋਜ਼ਲੀ ਫॉर ਵਿਚ ਪ੍ਰੋਬਲਮ। ਸੋ ਬੱਚਾ ਪਰਸਿਸਟੈਂਟਲੀ ਮਤਲਬ ਲਗਾਤਾਰ ਵੋਮਿਟ ਕਰ ਰਿਹਾ ਆ ਐਂਡ ਉਹਨੂੰ ਹੁਣ ਅਸੀਂ ਕਿਹੜੀ ਪ੍ਰੋਬਲਮ ਦੇ ਲਈ ਨਰਸ ਨੇ ਮੋਨੀਟਰ ਕਰਨਾ ਆ, ਕੀ ਹੋ ਸਕਦਾ ਉਹਦੇ ਵਿੱਚ। ਏ ਡਾਇਰੀਆ, ਬੀ ਮੈਟਾਬੋਲਿਕ ਐਸਿਡੋਸਿਸ, ਸੀ ਮੈਟਾਬੋਲਿਕ ਅਲਕਲੋਸਿਸ ਔਰ ਡੀ ਹਾਈਪਰ ਐਕਟਿਵ ਬਾਵਲ ਸਾਊਂਡਸ। ਸੋ ਅਗਰ ਚਾਈਲਡ ਦੇ ਵਿੱਚ ਪਰਸਿਸਟੈਂਟ ਵੋਮਿਟਿੰਗ ਹੋਵੇ ਤਾਂ ਉਹਦੇ ਨਾਲ ਕੀ ਹੁੰਦਾ ਆ, ਵੋਮਿਟਿੰਗ ਹੋਣ ਦੇ ਨਾਲ ਜੋ ਸਟਮਕ ਦਾ ਐਸਿਡ ਆ ਦੈਟ ਇਜ਼ HCl ਕੌਨਸਟੈਂਟਲੀ ਲੋਸ ਹੁੰਦਾ ਆ ਬਿਕੋਜ਼ ਉਹ ਵੀ ਵੋਮਿਟ ਦੇ ਨਾਲ ਹੀ ਬਾਹਰ ਜਾ ਰਿਹਾ ਆ। ਸੋ ਇਸ ਕਰਕੇ ਐਸਿਡ ਲੋਸ ਹੋਣ ਦੇ ਨਾਲ ਬੋਡੀ ਦੇ ਵਿੱਚ ਹਾਈਡਰੋਜਨ ਆਇਨਸ ਲੋਸ ਹੁੰਦੇ ਆ। ਹਾਈਡਰੋਜਨ ਆਇਨਸ ਲੋਸ ਹੁੰਦੇ ਆ ਬਟ ਉਹਦੇ ਆਪੋਜ਼ਿਟ ਕੀ ਹੋਣ ਲੱਗ ਪੈਂਦਾ ਆ, ਜੋ ਬਾਈਕਾਰਬੋਨੇਟ ਆਇਨਸ ਹੈਗੇ ਆ ਉਹ ਇਨਕਰੀਜ਼ ਹੋਣ ਲੱਗਦੇ ਆ। ਜਦੋਂ ਬਾਈਕਾਰਬੋਨੇਟ ਆਇਨਸ ਜ਼ਿਆਦਾ ਹੁੰਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਆ, ਮੈਟਾਬੋਲਿਕ ਐਲਕੇਲੋਸਿਸ। ਠੀਕ ਹੈ ਜੀ। ਸੋ ਸਿੰਪਲ ਯਾਦ ਰੱਖਣਾ, ਵੋਮਿਟਿੰਗ ਹੁੰਦੀ ਆ ਤਾਂ ਐਸਿਡ ਲਾਸ ਹੋਊਗਾ, ਐਸਿਡ ਲਾਸ ਹੁੰਦਾ ਹੈ ਤਾਂ ਐਲਕੇਲੋਸਿਸ ਹੋਣੀ ਆ। ਸੋ ਕਰੈਕਟ ਆਂਸਰ ਆ ਗਿਆ ਆਪਣਾ ਆਪਸ਼ਨ ਸੀ, ਮੈਟਾਬੋਲਿਕ ਐਲਕੇਲੋਸਿਸ। ਹੁਣ ਬਾਕੀ ਆਪਸ਼ਨਸ ਵੀ ਦੇਖਦੇ ਹਾਂ। ਆਪਸ਼ਨ ਏ ਡਾਇਰੀਆ। ਸੋ ਵੋਮਿਟਿੰਗ ਦੇ ਨਾਲ ਜ਼ਰੂਰੀ ਨਹੀਂ ਆ ਡਾਇਰੀਆ ਵੀ ਹੋਵੇ, ਠੀਕ ਹੈ। ਸੋ ਦਿਸ ਇਜ਼ ਰੋਂਗ। ਆਪਸ਼ਨ ਬੀ ਮੈਟਾਬੋਲਿਕ ਐਸਿਡੋਸਿਸ। ਮੈਟਾਬੋਲਿਕ ਐਸਿਡੋਸਿਸ ਕਦੋਂ ਹੁੰਦਾ ਆ, ਡਾਇਰੀਆ ਹੋਣ ਦੇ ਨਾਲ ਮੈਟਾਬੋਲਿਕ ਐਸਿਡੋਸਿਸ ਹੁੰਦਾ ਆ, ਵੋਮਿਟਿੰਗ ਦੇ ਕਰਕੇ ਮੈਟਾਬੋਲਿਕ ਐਲਕੇਲੋਸਿਸ ਹੁੰਦਾ ਆ। ਠੀਕ ਹੈ ਜੀ। ਨੈਕਸਟ ਆਪਸ਼ਨ ਡੀ ਹਾਈਪਰ ਐਕਟਿਵ ਬਾਵਲ ਸਾਊਂਡਸ। ਸੋ ਇਹ ਮੇਨ ਇਸ਼ੂ ਨਹੀਂ ਆ ਵੋਮਿਟਿੰਗ ਦੇ ਵਿੱਚ, ਬਾਵਲ ਸਾਊਂਡਸ ਹਾਈਪਰ ਐਕਟਿਵ ਡਾਇਰੀਆ ਵਾਲੇ ਕੇਸ 'ਚ ਹੋ ਸਕਦੀਆਂ, ਨਾਟ ਇਨ ਵੋਮਿਟਿੰਗ। ਸੋ ਦਿਸ ਇਜ਼ ਆਲਸੋ ਰੋਂਗ। ਨੈਕਸਟ ਕੁਐਸਚਨ ਹੈ ਜੀ, ਦ ਨਰਸ ਇਜ਼ ਕੇਅਰਿੰਗ ਫॉर ਅ ਨਿਊਬੋਰਨ ਵਿਦ ਸਸਪੈਕਟਡ ਡਾਇਗਨੋਸਿਸ ਆਫ imperforate anus. The nurse monitors the infant knowing that which is a clinical manifestation associated with this disorder. imperforate anus ਵਾਲਾ ਬੱਚਾ ਆ ਐਂਡ ਉਹਦੇ ਵਿੱਚ ਕਿਹੜਾ ਕਲੀਨਿਕਲ ਮੈਨੀਫੈਸਟੇਸ਼ਨ ਗਿਵਨ ਆਪਸ਼ਨਸ ਚੋਂ ਨਰਸ ਐਕਸਪੈਕਟ ਕਰਦੀ ਹੈ ਕਿ ਆਊਗਾ।
ਹੁਣ ਇਨਪਰਫੋਰੇਟ ਏਨਸ ਕੀ ਆ? ਦਿਸ ਇਜ਼ ਅ ਕੰਜੈਨਿਟਲ ਮਾਲਫੋਰਮੇਸ਼ਨ ਜਿਹਦੇ ਵਿੱਚ ਬੇਬੀ ਦੀ ਜੋ ਏਨਲ ਓਪਨਿੰਗ ਆ ਉਹ ਪ੍ਰੋਪਰਲੀ ਡਿਵੈਲਪ ਹੀ ਨਹੀਂ ਹੋਈ ਹੁੰਦੀ। ਹੁਣ ਏਨਲ ਓਪਨਿੰਗ ਹੀ ਪ੍ਰੋਪਰਲੀ ਨਹੀਂ ਬਣੀ ਤੇ ਇਹਦਾ ਮਤਲਬ ਬੱਚਾ ਸਟੂਲ ਪਾਸ ਨਹੀਂ ਕਰ ਪਾਊਗਾ। ਸੋ ਇਸ ਕਰਕੇ ਬੇਬੀ ਮਿਕੋਨੀਅਮ ਪਾਸ ਨਹੀਂ ਕਰਦਾ ਵਿਦਿਨ ਫਸਟ 24 ਆਵਰਸ ਆਫ ਬਰਥ ਐਂਡ ਉਹਦੇ ਕਰਕੇ ਉਹਦਾ ਐਬਡੋਮਨ ਜੋ ਆ ਡਿਸਟੈਂਡਡ ਹੁੰਦਾ ਆ। ਸੋ ਹੁਣ ਗਿਵਨ ਆਪਸ਼ਨਸ ਤੋਂ ਅਸੀਂ ਦੱਸਣਾ ਕਿ ਕੀ ਕਲੀਨਿਕਲ ਮੈਨੀਫੈਸਟੇਸ਼ਨ ਹੋ ਸਕਦਾ। ਆਪਸ਼ਨ ਏ ਬਾਈਲ ਸਟੇਨਡ ਫੀਕਲ ਐਮਿਸਿਸ। ਸੋ ਇਹ ਜੋ ਪ੍ਰੋਬਲਮ ਹੈਗੀ ਆ ਕਿ ਵੋਮਿਟਿੰਗ ਬੱਚਾ ਕਰ ਰਿਹਾ ਆ ਐਂਡ ਉਹਦੇ ਵਿੱਚ ਬਾਈਲ ਸਟੇਨ ਫੀਕਲ ਕੰਟੈਂਟ ਵੋਮਿਟਿੰਗ ਦੇ ਵਿੱਚ ਆ ਰਿਹਾ ਆ। ਹੁਣ ਇਹ ਕਿਹੜੇ ਕੇਸ ਦੇ ਵਿੱਚ ਹੁੰਦਾ ਆ? ਇਨ ਕੇਸ ਆਫ ਇੰਟੈਸਟਾਈਨਲ ਓਬਸਟਰਕਸ਼ਨ। ਸੋ ਉਸ ਕੇਸ 'ਚ ਹੋਊਗਾ। ਇਨਪਰਫੋਰੇਟ ਏਨਸ ਦੇ ਵਿੱਚ ਇੱਦਾਂ ਨਹੀਂ ਹੁੰਦਾ। ਦੈਨ ਆਪਸ਼ਨ ਬੀ ਪੈਸੇਜ ਆਫ ਕਰੰਟ ਜੈਲੀ ਲਾਈਕ ਸਟੂਲਸ। ਸੋ ਇਹ ਜੋ ਪ੍ਰੋਬਲਮ ਹੈਗੀ ਆ ਇਹ ਹੁੰਦੀ ਆ ਇਨ ਇੰਟਰਸੈਪਸ਼ਨ। So this is also wrong. Option C, failure to pass meconium stool in the first 24 hours after birth. Yes, this is correct because newborn ਦੀ ਗੱਲ ਹੋ ਰਹੀ ਹੈ ਨਾ ਇਹਦੇ ਵਿੱਚ। ਤਾਂ newborn ਦੇ ਵਿੱਚ ਪਹਿਲਾ ਸਾਈਨ ਇਹੀ ਦਿਖੂਗਾ ਕਿ ਉਹ ਸਟੂਲ ਪਾਸ ਹੀ ਨਹੀਂ ਕਰ ਰਿਹਾ। ਫਿਰ ਪਤਾ ਲੱਗੂਗਾ ਕਿ ਉਹਦੀ ਜੋ ਏਨਲ ਓਪਨਿੰਗ ਆ ਉਹ ਪ੍ਰੋਪਰਲੀ ਡਿਵੈਲਪ ਨਹੀਂ ਹੋਈ। Option D, sausage shaped mass palpated in upper right abdominal quadrant. So ਜੇ sausage shaped mass ਆ in upper right abdominal quadrant ਇਹ ਵੀ ਇੰਟਰਸੈਪਸ਼ਨ ਦੇ ਵਿੱਚ ਦੇਖਿਆ ਜਾ ਸਕਦਾ ਆ। ਸੋ ਇੰਪਰਫੋਰੇਟ ਏਨਸ ਵਿੱਚ ਇਹ ਵੀ ਨਹੀਂ ਹੁੰਦਾ। ਐਂਡ ਜੋ ਇੰਟਰਸੈਪਸ਼ਨ ਆ ਇਹ ਵੀ ਕੰਡੀਸ਼ਨ ਇਹ ਕਿਹੜੀ ਹੁੰਦੀ ਆ ਜਿਹਦੇ ਵਿੱਚ ਇੰਟੈਸਟਾਈਨ ਦਾ ਜਿਹੜਾ ਇੱਕ ਪਾਰਟ ਆ ਉਹ ਦੂਜੇ ਪਾਰਟ ਦੇ ਅੰਦਰ ਸਲਾਈਡ ਕਰ ਜਾਂਦਾ ਆ, ਜਿਹਨੂੰ ਟੈਲੀਸਕੋਪਿੰਗ ਆਫ ਇੰਟੈਸਟਾਈਨ ਵੀ ਬੋਲਿਆ ਜਾਂਦਾ ਹੈ। ਠੀਕ ਹੈ ਜੀ। Next question है जी, a client with dysrhythmia is admitted to telemetry for observation. In the morning, the client asks for a cup of coffee. What is the nurse best response? ਸੋ ਡਿਸਰਿਥਮੀਆ ਵਾਲਾ ਪੇਸ਼ੈਂਟ ਆ, ਟੈਲੀਮੈਟਰੀ ਲਈ ਅੰਡਰ ਆਬਜ਼ਰਵੇਸ਼ਨ ਆ ਐਂਡ ਉਹ ਪੇਸ਼ੈਂਟ ਨਰਸ ਕੋਲੋਂ ਕੱਪ ਆਫ ਕਾਫੀ ਮੰਗ ਰਿਹਾ ਆ। ਇਸ ਕੇਸ ਦੇ ਵਿੱਚ ਨਰਸ ਦਾ ਬੈਸਟ ਰਿਸਪੌਂਸ ਕੀ ਹੋਊਗਾ ਇਸ ਪੇਸ਼ੈਂਟ ਲਈ? ਸੋ ਡਿਸਰਿਥਮੀਆ ਕੀ ਹੈ? ਡਿਸਰਿਥਮੀਆ ਔਰ ਏਰਿਥਮੀਆ ਦਾ ਮਤਲਬ ਆ ਹਾਰਟ ਬੀਟ ਦੀ ਰਿਦਮ ਦਾ ਇਰੈਗੂਲਰ ਹੋਣਾ। ਲਾਈਕ ਟੈਕੀਕਾਰਡੀਆ ਮੀਨਸ ਹਾਰਟ ਬੀਟ ਬਹੁਤ ਜ਼ਿਆਦਾ ਫਾਸਟ ਆ, ਬ੍ਰੇਡੀਕਾਰਡੀਆ ਬਹੁਤ ਜ਼ਿਆਦਾ ਸਲੋ ਆ, ਹਾਰਟ ਬੀਟ ਇਰੈਗੂਲਰ ਹੋ ਸਕਦੀ ਹੈਗੀ ਆ। ਜਿਹੜੇ ਡਿਸਰਿਥਮੀਆ ਵਾਲੇ ਪੇਸ਼ੈਂਟਸ ਹੁੰਦੇ ਆ ਇਹਨਾਂ ਦੇ ਵਿੱਚ ਕੌਫੀ, ਕੋਈ ਐਨਰਜੀ ਡਰਿੰਕਸ ਜਾਂ ਐਕਸੈਸ ਕੈਫੀਨ ਵਾਲੀਆਂ ਚੀਜ਼ਾਂ ਅਵੋਇਡ ਕਰਨੀਆਂ ਹੁੰਦੀਆਂ ਆ। ਸੋ ਇਹ ਅਵੋਇਡ ਕਿਉਂ ਕਰਨੀਆਂ ਆ? ਬਿਕੋਜ਼ ਕੈਫੀਨ ਜੋ ਹੈਗੀ ਹੈ ਇਹ CNS ਨੂੰ ਸਟਿਮੂਲੇਟ ਕਰਦੀ ਹੈ ਐਂਡ CNS ਸਟਿਮੂਲੇਟ ਹੋਣ ਦੇ ਨਾਲ ਹਾਰਟ ਰੇਟ ਇੰਕਰੀਜ਼ ਹੋ ਸਕਦਾ ਆ। ਅਗਰ ਹਾਰਟ ਰੇਟ ਇੰਕਰੀਜ਼ ਹੋਊਗਾ ਤਾਂ ਇਟ ਵਿਲ ਟ੍ਰਿਗਰ ਏਰਿਥਮੀਆਜ਼ ਔਰ ਡਿਸਰਿਥਮੀਆ। ਓਕੇ, ਸੋ ਕਲਾਇੰਟ ਨੂੰ ਕਾਰਡੀਅਕ ਡਿਸਰਿਥਮੀਆ ਆ ਅਤੇ ਕੈਫੀਨ ਹਾਰਟ ਰਿਦਮ ਨੂੰ ਸਟਿਮੂਲੇਟ ਕਰਕੇ ਟੇਕੀਕਾਰਡੀਆ, ਪਾਲਪੀਟੇਸ਼ਨਸ ਜਾਂ ਡਿਸਰਿਥਮੀਆ ਹੋਰ ਵਰਸਨ ਕਰ ਸਕਦੀ ਹੈਗੀ ਆ। ਇਸ ਕੇਸ ਦੇ ਵਿੱਚ ਨਰਸ ਦਾ ਬੈਸਟ ਰਿਸਪੌਂਸ ਉਹ ਹੋਊਗਾ ਜਿਹਦੇ ਵਿੱਚ ਨਰਸ ਉਹਨੂੰ ਕਲੀਅਰ ਐਕਸਪਲੇਨੇਸ਼ਨ ਦੇ ਰਹੀ ਹੈਗੀ ਆ ਇਸ ਚੀਜ਼ ਬਾਰੇ, ਹੈਲਥ ਟੀਚਿੰਗ ਪ੍ਰੋਵਾਈਡ ਕਰ ਰਹੀ ਆ ਐਂਡ ਬਿਲਕੁਲ ਨੋਨ ਜਜਮੈਂਟਲ ਕਮਿਊਨੀਕੇਸ਼ਨ ਕਰ ਰਹੀ ਆ। ਲੈਟਸ ਸੀ ਆਰ ਆਪਸ਼ਨਸ। ਆਪਸ਼ਨ ਏ, ਹੌਟ ਡਰਿੰਕਸ such as coffee are not good for your heart. ਸੋ ਇਹਦੇ ਵਿੱਚ ਪ੍ਰੋਪਰ ਰੈਸ਼ਨਲ ਦਿੱਤਾ ਆ ਕਿ ਕੌਫੀ ਠੀਕ ਆ, ਗੁੱਡ ਨਹੀਂ ਆ, ਬਟ ਕਿਉਂ ਨਹੀਂ ਗੁੱਡ ਹੈਗੀ ਹਾਰਟ ਲਈ ਇਹ ਤਾਂ ਦੱਸਿਆ ਹੀ ਨਹੀਂ। ਸੋ ਦਿਸ ਇਜ਼ ਰੋਂਗ। ਆਪਸ਼ਨ ਬੀ, ਕੌਫੀ ਇਜ਼ ਨਾਟ ਪਰਮਿਟਡ ਔਨ ਦ ਡਾਈਟ ਦੈਟ ਵਾਜ਼ ਆਰਡਰਡ ਫॉर ਯੂ। ਸੋ ਇਹ ਸਟੇਟਮੈਂਟ ਇੱਦਾਂ ਆ ਕਿ ਪੇਸ਼ੈਂਟ ਨੂੰ ਕਮਾਂਡ ਦਿੱਤੀ ਜਾਂਦੀ ਹੈ ਕਿ ਤੇਰੀ ਡਾਈਟ ਵਿੱਚ ਆਰਡਰ ਨਹੀਂ ਕੀਤੀ ਗਈ ਸੋ ਤੈਨੂੰ ਕੌਫੀ ਨਹੀਂ ਮਿਲੂਗੀ। ਸੋ ਇੱਦਾਂ ਕਹਿਣਾ ਦਿਸ ਇਜ਼ ਰੋਂਗ। ਆਪਸ਼ਨ ਸੀ, ਯੂ ਕੈਨੋਟ ਹੈਵ ਕੌਫੀ, ਆਈ ਕੈਨ ਬ੍ਰਿੰਗ ਯੂ ਅ ਕੱਪ ਆਫ ਟੀ ਇਫ ਯੂ ਲਾਈਕ। ਸੋ ਜਦੋਂ ਕਲਾਇੰਟ ਕੌਫੀ ਮੰਗ ਰਿਹਾ ਤਾਂ ਅਸੀਂ ਟੀ ਕਿਉਂ ਦੇਵਾਂਗੇ? ਹੋ ਸਕਦਾ ਪੇਸ਼ੈਂਟ ਨੂੰ ਟੀ ਪਸੰਦ ਹੀ ਨਾ ਹੋਵੇ। ਸੋ ਦਿਸ ਇਜ਼ ਨਾਟ ਰਾਈਟ statement. Option D, coffee has caffeine that can affect your heart, it should be avoided. ਸੋ ਇਹ ਕਰੈਕਟ ਸਟੇਟਮੈਂਟ ਹੈਗੀ ਆ ਬਿਕੋਜ਼ ਇਹਦੇ ਵਿੱਚ ਪ੍ਰੋਪਰਲੀ ਦੱਸਿਆ ਕਿ ਕੌਫੀ ਵਿੱਚ ਕੀ ਆ, ਕੈਫੀਨ ਆ। ਕੈਫੀਨ ਤੁਹਾਡੇ ਹਾਰਟ ਨੂੰ ਅਫੈਕਟ ਕਰ ਸਕਦੀ ਹੈਗੀ ਆ, ਹਾਰਟ ਨੂੰ ਅਫੈਕਟ ਕਰ ਸਕਦੀ ਆ, ਇਸ ਕਰਕੇ ਇਹਨੂੰ ਅਵੋਇਡ ਕਰਨਾ ਹੈ। ਸੋ ਪ੍ਰੋਪਰ ਰੀਜ਼ਨ ਵੀ ਦੱਸਿਆ ਜਾ ਰਿਹਾ ਇਹਦੇ ਵਿੱਚ, ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਠੀਕ ਹੈ ਜੀ। ਸੋ ਕਰੈਕਟ ਆਂਸਰ ਆ ਗਿਆ ਆਪਣਾ ਆਪਸ਼ਨ ਡੀ। ਨੈਕਸਟ ਕੁਐਸਚਨ ਹੈ ਜੀ, ਅ ਕਲਾਇੰਟ ਇਜ਼ ਐਡਮਿਟਡ ਵਿਦ ਚੈਸਟ ਪੇਨ ਅਨਰਿਲੀਵਡ ਬਾय ਨਾਈਟ੍ਰੋਗਲਿਸਰੀਨ, elevated temperature, increased blood pressure and diaphoresis. A myocardial infarction is diagnosed.
ਸੋ ਮਾਇਓਕਾਰਡੀਅਲ ਇਨਫਾਰਕਸ਼ਨ ਵਾਲਾ ਪੇਸ਼ੈਂਟ ਆ, ਸਾਰੇ ਸਾਈਨ ਆਪਣੇ ਕੋਲ ਉਹੀ ਦਿੱਤੇ ਆ। ਵਿਚ ਸ਼ੁੱਡ ਦ ਨਰਸ ਕੰਸੀਡਰ ਐਜ਼ ਵੈਲਿਡ ਰੀਜ਼ਨ ਫॉर ਵਨ ਆਫ ਦਿਸ ਕਲਾਇੰਟਸ ਫਿਜ਼ੀਓਲੋਜੀਕਲ ਰਿਸਪੌਂਸਿਸ। ਸੋ ਜੋ ਵੀ ਸਾਈਨਸ ਆਉਂਦੇ ਆ ਪੇਸ਼ੈਂਟ ਦੇ ਫਿਜ਼ੀਓਲੋਜੀਕਲ ਰਿਸਪੌਂਸਿਸ ਮੀਨਸ ਜੋ ਵੀ ਉਹਦੀ ਬੋਡੀ ਸਾਈਨ ਐਂਡ ਸਿੰਪਟਮਸ ਸ਼ੋ ਕਰ ਰਹੀ ਆ, ਉਹਦੇ ਲਈ ਵੈਲਿਡ ਰੀਜ਼ਨ ਕੀ ਆ? A. Parasympathetic reflexes from the infarcted myocardium cause diaphoresis. Diaphoresis means sweating होनी, and A. sympathetic nervous system ਦੀ activation ਕਰਕੇ ਹੁੰਦੀ ਹੈ, parasympathetic ਕਰਕੇ ਨਹੀਂ। So this is wrong. Option B. Inflammation in the myocardium causes a rise in systemic body temperature. ਸੋ ਮਾਇਓਕਾਰਡੀਅਮ ਦੇ ਵਿੱਚ ਇਨਫਲੈਮੇਸ਼ਨ ਹੁੰਦੀ ਆ, ਉਹਦੇ ਕਰਕੇ ਬੋਡੀ ਦਾ ਟੈਂਪਰੇਚਰ ਰਾਈਜ਼ ਹੁੰਦਾ ਆ। ਯੈਸ ਦਿਸ ਇਜ਼ ਕਰੈਕਟ। ਹੁਣ ਇਹ ਕੀ ਹੁੰਦਾ ਆ? ਫਸਟ ਆਫ ਆਲ ਆਪਾਂ ਮਾਇਓਕਾਰਡੀਅਲ ਇਨਫਾਰਕਸ਼ਨ ਹੀ ਦੇਖਦੇ ਹਾਂ। ਮਾਇਓਕਾਰਡੀਅਲ ਇਨਫਾਰਕਸ਼ਨ ਦੇ ਵਿੱਚ ਕੀ ਹੁੰਦਾ ਆ? ਕੋਰੋਨਰੀ ਆਰਟਰੀ ਬਲੌਕ ਹੋ ਰਹੀ ਹੈ। ਸੋ ਕੋਰੋਨਰੀ ਆਰਟਰੀ ਦੀ ਬਲੌਕੇਜ ਦੇ ਨਾਲ ਕੀ ਹੋਊਗਾ? ਇਸਕੀਮੀਆ। ਇਸਕੀਮੀਆ ਮੀਨਸ ਮਾਇਓਕਾਰਡੀਅਮ ਨੂੰ ਬਲੱਡ ਸਪਲਾਈ ਰੁਕ ਜਾਂਦਾ ਹੈਗਾ। ਹੁਣ ਜਦੋਂ ਕਿਸੇ ਪਾਰਟ ਨੂੰ ਬਲੱਡ ਸਪਲਾਈ ਪ੍ਰੋਪਰ ਨਹੀਂ ਪਹੁੰਚਦਾ ਟਿਸ਼ੂਜ਼ ਨੂੰ, ਤਾਂ ਉੱਥੇ ਨੈਕਰੋਸਿਸ ਹੋਣ ਲੱਗ ਪੈਂਦੀ ਆ, ਮੀਨਸ ਟਿਸ਼ੂ ਡੈਮੇਜ ਹੋਣ ਲੱਗ ਪੈਂਦਾ ਆ। ਸੋ ਕਲਾਇੰਟ ਨੂੰ ਮਾਇਓਕਾਰਡੀਅਲ ਇਨਫਾਰਕਸ਼ਨ ਆ, ਸੋ ਇਹਦੇ ਵਿੱਚ ਕੀ ਹੋ ਰਿਹਾ ਹੈ? ਟਿਸ਼ੂ ਡੈਮੇਜ ਹੋ ਰਿਹਾ। ਟਿਸ਼ੂ ਡੈਮੇਜ ਹੋਣ ਕਰਕੇ ਉਸ ਜਗ੍ਹਾ 'ਤੇ ਕੀ ਹੁੰਦੀ ਆ? ਇਨਫਲੈਮੇਸ਼ਨ। ਸੋ ਇਨਫਲੈਮੇਟਰੀ ਰਿਸਪੌਂਸ ਸਟਾਰਟ ਹੋ ਗਿਆ। ਹੁਣ ਜਦੋਂ ਇਨਫਲੈਮੇਸ਼ਨ ਹੁੰਦੀ ਆ ਤਾਂ ਉਹਦਾ ਰਿਸਪੌਂਸ ਬੋਡੀ 'ਤੇ ਕੀ ਹੁੰਦਾ ਆ ਕਿ ਫੀਵਰ ਹੋਣ ਲੱਗ ਪੈਂਦਾ ਹੈਗਾ। ਠੀਕ ਹੈ ਜੀ। ਸੋ ਆਪਸ਼ਨ ਬੀ ਕਰੈਕਟ ਦਿੱਤੀ ਹੋਈ ਆ। Option C. Catecholamines released at the site of the infarction cause intermittent localized pain. So catecholamines means hormones like epinephrine, norepinephrine, and MI ਦੇ ਵਿੱਚ pain ischemia ਕਰਕੇ ਹੁੰਦੀ ਆ, ਨਾ ਕਿ catecholamines ਕਰਕੇ pain ਹੁੰਦੀ ਹੈ। ਠੀਕ ਹੈ ਜੀ। ਸੋ ischemia ਕਰਕੇ pain ਹੁੰਦੀ। This is wrong. Option D. Constriction of central and peripheral blood vessels causes a decrease in blood pressure. Vessel constriction ਕਰਕੇ ਬਲੱਡ ਪ੍ਰੈਸ਼ਰ ਡਿਕਰੀਜ਼ ਹੁੰਦਾ ਆ? ਨੋ। ਜਦੋਂ ਵੈਸਲਸ ਕੰਸਟ੍ਰਿਕਟ ਕਰਦੀਆਂ ਤਾਂ BP ਰੇਜ਼ ਹੁੰਦਾ ਆ। ਸੋ MI ਦੇ ਵਿੱਚ BP ਡ੍ਰੌਪ ਹਾਰਟ ਪੰਪ ਫੇਲੀਅਰ ਕਰਕੇ ਹੁੰਦਾ ਆ, ਨਾ ਕਿ ਵੈਸਲ ਕੰਸਟ੍ਰਿਕਸ਼ਨ ਕਰਕੇ। ਦਿਸ ਇਜ਼ ਆਲਸੋ ਰੋਂਗ। ਕਰੈਕਟ ਆਂਸਰ ਆ ਗਿਆ ਆਪਣਾ ਆਪਸ਼ਨ B। ਨੈਕਸਟ ਕੁਐਸਚਨ ਹੈ ਜੀ, ਅ ਕਲਾਇੰਟ ਇਜ਼ ਪ੍ਰਿਸਕ੍ਰਾਈਬਡ ਪ੍ਰੋਲੋਂਗਡ ਬੈਡ ਰੈਸਟ ਆਫਟਰ ਸਰਜਰੀ, ਵਿਚ complication does the nurse expect to prevent by teaching this client to avoid pressure on the popliteal space? ਸੋ ਪੇਸ਼ੈਂਟ ਆਫਟਰ ਸਰਜਰੀ ਬਹੁਤ ਲੰਬਾ ਟਾਈਮ ਲਈ ਬੈੱਡ ਰੈਸਟ 'ਤੇ ਹੈਗਾ ਆ, ਅਤੇ ਨਰਸ ਪੇਸ਼ੈਂਟ ਨੂੰ ਪੋਪਲੀਟੀਅਲ ਸਪੇਸ ਮੀਨਸ ਬਿਹਾਈਂਡ ਦ ਨੀ ਪ੍ਰੈਸ਼ਰ ਅਵੋਇਡ ਕਰਨ ਲਈ ਕਹਿ ਰਹੀ ਆ। ਕਿਹੜੀ ਕੰਪਲੀਕੇਸ਼ਨ ਨੂੰ ਅਵੋਇਡ ਕਰਨ ਲਈ? ਹੁਣ ਪ੍ਰੋਲੋਂਗਡ ਬੈੱਡ ਰੈਸਟ ਦੇ ਨਾਲ ਕੀ ਹੋ ਰਿਹਾ ਆ? ਇਹਦੇ ਨਾਲ ਬਲੱਡ ਸਰਕੂਲੇਸ਼ਨ ਸਲੋ ਹੋ ਜਾਂਦੀ ਹੈਗੀ ਆ। ਸੋ ਸਪੈਸ਼ਲੀ ਕਿੱਥੇ ਸਲੋ ਹੁੰਦੀ ਆ? ਲੈਗਸ ਦੇ ਵਿੱਚ। ਅਤੇ ਜੇ ਪੋਪਲੀਟੀਅਲ ਸਪੇਸ 'ਤੇ ਪ੍ਰੈਸ਼ਰ ਅਪਲਾਈ ਕੀਤਾ ਜਾਂਦਾ ਆ, ਪ੍ਰੈਸ਼ਰ ਪੈ ਰਿਹਾ ਆ, ਤਾਂ ਉਹਦੇ ਨਾਲ ਕੀ ਹੋਣ ਲੱਗ ਪਊਗਾ? ਵੀਨਸ ਸਟੇਸਿਸ ਮੀਨਸ ਬਲੱਡ ਰੁਕਣਾ ਸਟਾਰਟ ਹੋ ਜਾਂਦਾ ਆ ਵੇਨਸ ਦੇ ਵਿੱਚ। ਜਦੋਂ ਬਲੱਡ ਵੇਨਸ ਦੇ ਵਿੱਚ ਰੁਕਣਾ ਸਟਾਰਟ ਹੋ ਜਾਂਦਾ ਆ ਤਾਂ DVT ਦੈਟ ਇਜ਼ ਡੀਪ ਵੇਨ ਥਰੋਮਬੋਸਿਸ ਡਿਵੈਲਪ ਹੋ ਸਕਦਾ ਆ। ਥਰੋਮਬੋਸਿਸ ਮੀਨਸ ਉੱਥੇ ਕਲੌਟ ਬਣ ਗਿਆ। ਸੋ ਹੁਣ ਲੈਗਸ ਦੀ ਵੇਨ 'ਚੋਂ ਅਗਰ ਉਹ ਕਲੌਟ ਬ੍ਰੇਕ ਹੋ ਕੇ ਮੂਵ ਕਰਨਾ ਸਟਾਰਟ ਕਰਦੇ, ਮੀਨਸ ਐਂਬੂਲਸ ਬਣ ਗਿਆ ਆ ਉਹਦਾ, ਹੁਣ ਉਹ ਉੱਥੋਂ ਬ੍ਰੇਕ ਹੋ ਗਿਆ, ਮੂਵ ਕਰਨਾ ਸਟਾਰਟ ਹੋ ਰਿਹਾ ਆ, ਤਾਂ ਉਹਦੇ ਕਰਕੇ ਕੀ ਕੰਪਲੀਕੇਸ਼ਨ ਹੋ ਸਕਦੀ ਆ? ਸੋ ਵੇਨਸ 'ਚ ਕਿਹੜਾ ਬਲੱਡ ਹੁੰਦਾ ਆ? ਡੀਆਕਸੀਜਨੇਟਡ, ਐਂਡ ਉਹ ਬਲੱਡ ਹਾਰਟ ਤੋਂ ਹੋ ਕੇ ਲੰਗਸ ਤੱਕ ਜਾਂਦਾ ਆ ਫॉर ਪਿਊਰੀਫਿਕੇਸ਼ਨ, ਐਂਡ ਉਹਦੇ ਨਾਲ ਹੀ ਕਲੌਟ ਲੰਗਸ ਤੱਕ ਜਾ ਸਕਦਾ ਹੈ। ਜੋ ਐਂਬੂਲੈਂਸ ਇੱਥੋਂ ਮੂਵ ਹੋ ਕੇ ਗਿਆ, ਇਹ ਜਾ ਸਕਦਾ ਆ ਲੰਗਸ ਤੱਕ। ਸੋ ਜਦੋਂ ਇਹ ਲੰਗਸ ਚਲ ਗਿਆ ਤਾਂ ਉੱਥੇ ਜਾ ਕੇ ਕੀ ਕੌਜ਼ ਕਰੂਗਾ? ਲੈਟਸ ਸੀ ਯਰ ਆਪਸ਼ਨਸ। A. ਸੈਰੀਬਰਲ ਐਂਬੋਲਿਜ਼ਮ। ਸੋ ਸੈਰੀਬਰਲ ਐਂਬੋਲਿਜ਼ਮ ਵੀ ਪੋਸੀਬਲ ਹੈਗਾ, ਬਟ ਮੋਸਟ ਕਾਮਨ ਕੰਪਲੀਕੇਸ਼ਨ ਨਹੀਂ ਆ। ਉਸ ਤੋਂ ਇਲਾਵਾ ਅਸੀਂ ਹੋਰ ਦੇਖਦੇ ਹਾਂ। ਆਪਸ਼ਨ B. ਪਲਨਰੀ ਐਂਬੋਲਿਜ਼ਮ। ਯੈਸ ਦਿਸ ਇਜ਼ ਕਰੈਕਟ। ਜਿੱਦਾਂ ਅਸੀਂ ਪੜ੍ਹਦੇ ਸੀ, ਜਦੋਂ ਕਲੌਟ ਜੋ ਹੈ ਪਹਿਲਾਂ ਕਿੱਥੇ ਜਾ ਸਕਦਾ ਆ? ਟੂ ਲੰਗਸ। ਸੋ ਪਲਨਰੀ ਐਂਬੋਲਿਜ਼ਮ ਕੌਜ਼ ਕਰੂਗਾ। ਆਪਸ਼ਨ C. ਡਰਾਈ ਗੈਂਗਰੀਨ ਆਫ ਅ ਲਿੰਬ।
ਸੋ ਇਹ ਯੂਜੂਅਲੀ ਆਰਟੀਰੀਅਲ obstruction ਨਾਲ ਹੁੰਦਾ ਆ, not popliteal pressure, ਠੀਕ ਹੈ ਜੀ। ਸੋ ਦਿਸ ਇਜ਼ ਆਲਸੋ ਰੋਂਗ। ਆਪਸ਼ਨ ਡੀ coronary vessel occlusion, ਹਾਰਟ ਵੈਸਲਸ ਨਾਲ ਰਿਲੇਟਡ ਹੈਗਾ ਆ, ਲੈਗ ਪ੍ਰੈਸ਼ਰ ਨਾਲ ਡਾਇਰੈਕਟ ਰਿਲੇਸ਼ਨ ਇਹਦਾ ਨਹੀਂ ਆ। ਸੋ ਦਿਸ ਇਜ਼ ਆਲਸੋ ਰੋਂਗ। ਕਰੈਕਟ ਆਂਸਰ ਆਪਣਾ ਕੀ ਆ ਗਿਆ ਕਿ ਪੋਪਲੀਟੀਅਲ ਸਪੇਸ 'ਤੇ ਪ੍ਰੈਸ਼ਰ ਪੈਣ ਦੇ ਨਾਲ ਕੀ ਹੋ ਸਕਦਾ ਆ, ਪਲਨਰੀ ਐਂਬੋਲਿਜ਼ਮ ਇਨ prolonged bed rest patients। Next question is, a nurse inspects 2-day-old intravenous site and identifies erythema, warmth, and mild edema. The client reports tenderness when the area is palpated. What should the nurse do first? So ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਜੋ ਵੀ ਆਪਣੇ ਕੋਲ ਸਾਇੰਸ ਦਿੱਤੇ ਆ ਇਹਨਾਂ ਦੇ ਅਕੋਰਡਿੰਗ ਕੰਡੀਸ਼ਨ ਕਿਹੜੀ ਆ। erythema means redness ਆ IV ਸਾਈਡ ਤੇ, ਐਂਡ ਉਹ IV ਸਾਈਡ ਜਿਹਨੂੰ ਲੱਗੇ ਹੋਏ 2 ਦਿਨ ਹੋ ਚੁੱਕੇ ਆ। ਏਰੀਆ ਵਾਰਮ ਟੂ ਟੱਚ ਆ। ਮਾਈਲਡ ਐਡੀਮਾ ਮੀਨਸ ਉਸ ਜਗ੍ਹਾ 'ਤੇ ਸਵੈਲਿੰਗ ਹੋ ਰੱਖੀ ਆ, ਐਂਡ ਟੈਂਡਰਨੈਸ ਆ। ਸੋ ਇਹ ਕਿਹੜੀ ਕੰਡੀਸ਼ਨ ਆ, ਦੈਟ ਇਜ਼ ਫਲੈਬਾਈਟਿਸ, ਜੋ ਕਿ IV ਕੰਪਲੀਕੇਸ਼ਨ ਹੈਗੀ ਆ। ਸੋ ਫਲੈਬਾਈਟਿਸ ਦੇ ਵਿੱਚ ਕੀ ਹੁੰਦਾ ਕਿ ਵੇਨ ਇਨਫਲੇਮਡ ਹੋ ਜਾਂਦੀ ਆ, ਵੇਨ ਦੀ ਇਨਫਲੈਮੇਸ਼ਨ ਹੋ ਰਹੀ ਹੈ ਜਿੱਥੇ IV ਲਾਈਨ ਲੱਗੀ ਆ। ਸੋ ਇਸ ਕੇਸ ਦੇ ਵਿੱਚ ਇਨਫਿਊਜ਼ਨ ਕੰਟੀਨਿਊ ਕਰਨਾ ਅਨਸੇਫ ਹੁੰਦਾ ਆ, ਬਿਕੋਜ਼ ਉਸ ਜਗ੍ਹਾ 'ਤੇ ਇਨਫੈਕਸ਼ਨ ਜਾਂ ਥਰੋਮਬੋਸਿਸ ਡਿਵੈਲਪ ਹੋ ਸਕਦੀ ਹੈ, ਐਂਡ ਉਹ ਵਰਸਨ ਹੋ ਸਕਦੀ ਆ। ਸੋ ਇਸ ਲਈ ਇਸ ਕੇਸ ਦੇ ਵਿੱਚ ਨਰਸ ਸਭ ਤੋਂ ਪਹਿਲਾਂ ਕੀ ਕਰੂਗੀ, ਪ੍ਰਾਇਓਰਿਟੀ ਐਕਸ਼ਨ ਕੀ ਹੋਊਗਾ। Option A, irrigate the IV tubing. B, discontinue the infusion. C, slow the rate of the infusion. D, obtain the prescription for an analgesic. ਸੋ ਜਦੋਂ ਫਲੈਬਾਈਟਿਸ ਵਾਲਾ ਕੇਸ ਹੁੰਦਾ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਫਸਟ ਸਟੈਪ ਆਪਣਾ ਹੁੰਦਾ ਆ ਸਟੋਪ IV ਇਮੀਡੀਏਟਲੀ। ਸੋ IV ਨੂੰ ਉਸੇ ਟਾਈਮ ਅਸੀਂ ਬੰਦ ਕਰ ਦੇਣਾ ਆ। ਦੈਨ ਸੈਕਿੰਡ ਇਜ਼ ਰਿਮੂਵ ਕੈਨੂਲਾ। ਸੋ ਕੈਨੂਲਾ ਉਸ ਜਗ੍ਹਾ ਤੋਂ ਰਿਮੂਵ ਕਰਨਾ ਆ। ਦੈਨ ਵਾਰਮ ਕੰਪਰੈਸ ਅਪਲਾਈ ਕਰਨੀ ਆ ਔਨ ਦ ਸਾਈਟ। ਦੈਨ ਨੈਕਸਟ ਸਟੈਪ ਆਪਣਾ ਆ ਜਾਂਦਾ ਕਿ ਇਸ ਚੀਜ਼ ਨੂੰ ਆਪਾਂ ਡਾਕੂਮੈਂਟ ਕਰਨਾ ਆ, ਐਂਡ IV ਲਾਈਨ ਰੀਸਟਾਰਟ ਕਰਨੀ ਆ, ਬਟ ਡਿਫਰੈਂਟ ਸਾਈਡ 'ਤੇ, ਠੀਕ ਹੈ ਜੀ। ਸੋ ਫਸਟ ਸਟੈਪ ਆਪਣਾ ਕੀ ਹੋਊਗਾ ਇਹਨਾਂ ਦੇ ਵਿੱਚੋਂ, ਦੈਟ ਇਜ਼ ਆਪਸ਼ਨ B, ਡਿਸਕੰਟੀਨਿਊ ਦ ਇਨਫਿਊਜ਼ਨ, ਬਿਕੋਜ਼ ਸਭ ਤੋਂ ਪਹਿਲਾਂ ਅਸੀਂ ਇਨਫਿਊਜ਼ਨ ਸਟੋਪ ਕਰਨੀ ਹੈਗੀ ਆ। ਜੋ ਆਪਣੇ ਕੋਲ ਬਾਕੀ ਆਪਸ਼ਨਸ ਦਿੱਤੀਆਂ, ਇਰੀਗੇਟ ਦ IV ਟਿਊਬਿੰਗ। ਸੋ ਇਨਫੈਕਸ਼ਨ ਜਾਂ ਇਨਫਲੇਮੇਸ਼ਨ ਵਿੱਚ ਇਰੀਗੇਸ਼ਨ ਹੈਲਪਫੁਲ ਨਹੀਂ ਹੁੰਦੀ, ਦਿਸ ਇਜ਼ ਰੋਂਗ। ਦੈਨ ਆਪਸ਼ਨ C ਦਿੱਤੀ ਹੈ, ਸਲੋ ਦ ਰੇਟ ਆਫ ਦ ਇਨਫਿਊਜ਼ਨ। ਇਨਫਿਊਜ਼ਨ ਨੂੰ ਸਲੋ ਕਰਨ ਦੇ ਨਾਲ ਪ੍ਰੋਬਲਮ ਸੋਲਵ ਨਹੀਂ ਹੁੰਦੀ ਇਸ ਕੇਸ ਦੇ ਵਿੱਚ। ਆਪਸ਼ਨ D, obtain a prescription for analgesic। ਸੋ ਅਨੈਲਜੈਸਿਕ ਦੇ ਨਾਲ ਪੇਸ਼ੈਂਟ ਦੀ ਪੇਨ ਰਿਲੀਵ ਹੋ ਸਕਦੀ ਹੈ। ਸੋ ਪੇਨ ਟਰੀਟ ਅਸੀਂ ਕਰ ਸਕਦੇ ਹਾਂ ਅਨੈਲਜੈਸਿਕ ਆਰਡਰ ਲੈ ਕੇ, ਬਟ ਇਹ ਬਾਅਦ 'ਚ ਆਊਗਾ। ਫਸਟ ਸਟੈਪ ਕੀ ਆਊਗਾ ਆਪਣਾ, IV ਨੂੰ ਸਟੋਪ ਕਰੋ। ਸੋ ਕਰੈਕਟ ਆਂਸਰ ਆ ਗਿਆ ਆਪਣਾ ਆਪਸ਼ਨ B। ਨੈਕਸਟ ਕੁਐਸਚਨ ਹੈ ਜੀ, what should the nurse assess to determine if a client is experiencing the therapeutic effect of valsartan? ਸੋ ਵੈਲਸਾਰਟਨ ਜੋ ਡਰੱਗ ਹੈਗਾ ਹੈ ਕਿਹੜੀ ਕੈਟੇਗਰੀ ਦੇ ਵਿੱਚ ਆਉਂਦਾ ਆ, ਦੈਟ ਇਜ਼ ਐਂਟੀ ਹਾਈਪਰਟੈਂਸਿਵ। ਸੋ ਐਂਟੀ ਹਾਈਪਰਟੈਂਸਿਵ ਡਰੱਗ ਆ। ਐਂਟੀ ਹਾਈਪਰਟੈਂਸਿਵ ਡਰੱਗਸ ਕੀ ਕਰਦੇ ਹੈਗੇ ਆ, BP ਨੂੰ ਲੋ ਕਰਨ ਦਾ ਕੰਮ ਕਰਦੇ। ਸੋ ਇਹਨਾਂ ਦਾ ਥੈਰਾਪਿਊਟਿਕ ਇਫੈਕਟ ਕੀ ਹੁੰਦਾ ਆ ਕਿ ਇਹਨਾਂ ਨੇ BP ਨੂੰ ਲੋਅਰ ਕਰਨ ਦੇ ਵਿੱਚ ਹੈਲਪ ਕਰਨੀ ਆ। ਸੋ ਕੁਐਸਚਨ 'ਚ ਇਹੀ ਪੁੱਛਿਆ ਕਿ ਕਿਹੜੀ ਚੀਜ਼ ਅਸੈਸ ਕਰਕੇ ਨਰਸ ਨੂੰ ਪਤਾ ਲੱਗ ਜੂਗਾ ਕਿ ਵੈਲਸਾਰਟਨ ਦਾ ਥੈਰਾਪਿਊਟਿਕ ਇਫੈਕਟ ਜੋ ਹੈ ਅਚੀਵ ਹੋ ਰਿਹਾ। ਆਪਸ਼ਨ A, ਲਿਪਿਡ ਪ੍ਰੋਫਾਈਲ। ਵੈਲਸਾਰਟਨ ਲਿਪਿਡਸ 'ਤੇ ਡਾਇਰੈਕਟ ਇਫੈਕਟ ਨਹੀਂ ਕਰਦੇ ਹੈਗੇ, ਸੋ ਦਿਸ ਇਜ਼ ਰੋਂਗ। ਲਿਪਿਡਸ 'ਤੇ ਜੋ ਡਰੱਗਸ ਐਕਟ ਕਰਦੇ ਆ ਦੇ ਐਂਡ ਵਿਦ ਸਟੈਟਿਨਸ। ਦੈਨ ਆਪਸ਼ਨ B, ਐਪੀਕਲ ਪਲਸ। ਸੋ ਹਾਰਟ ਰੇਟ ਮੋਨੀਟਰ ਕਰਨਾ ਇੰਪੋਰਟੈਂਟ ਹੋ ਸਕਦਾ ਆ, ਬਟ ਥੈਰਾਪਿਊਟਿਕ ਇਫੈਕਟ ਇਹਦਾ BP ਨਾਲ ਰਿਲੇਟਡ ਹੈਗਾ ਆ, ਨਾਟ ਵਿਦ ਹਾਰਟ ਰੇਟ। ਸੋ ਦਿਸ ਇਜ਼ ਆਲਸੋ ਰੋਂਗ। ਆਪਸ਼ਨ C, ਯੂਰੀਨਰੀ ਆਊਟਪੁੱਟ। ਇਹ ਇਨਡਾਇਰੈਕਟ ਇਫੈਕਟ ਹੋ ਸਕਦਾ ਹੈ ਇਸ ਡਰੱਗ ਦਾ, ਬਟ ਮੇਨ ਥੈਰਾਪਿਊਟਿਕ ਇਫੈਕਟ ਨਹੀਂ ਹੈਗਾ। ਦੈਨ ਆਪਸ਼ਨ D, ਬਲੱਡ ਪ੍ਰੈਸ਼ਰ। ਯੈਸ, ਦਿਸ ਇਜ਼ ਕਰੈਕਟ, ਬਿਕੋਜ਼ ਵੈਲਸਾਰਟਨ ਐਂਟੀ ਹਾਈਪਰਟੈਂਸਿਵ ਆ ਜੋ ਕਿ BP ਲੋਅਰ ਕਰਨ ਦੇ ਵਿੱਚ ਹੈਲਪ ਕਰਦਾ ਹੈ। ਨੈਕਸਟ ਕੁਐਸਚਨ ਹੈ ਜੀ, ਅ ਕਲਾਇੰਟ ਇਜ਼ ਫਾਊਂਡ ਅਨਕੌਂਸ਼ੀਅਸ ਐਂਡ ਅਨਰਿਸਪੋਂਸਿਵ, ਵਾਟ ਸ਼ੁੱਡ ਦ ਨਰਸ ਡੂ ਫਸਟ?
ਸੋ ਇਸ ਪੇਸ਼ੈਂਟ ਦੇ ਵਿੱਚ ਨਰਸ ਸਭ ਤੋਂ ਪਹਿਲਾਂ ਕੀ ਕਰੂਗੀ? ਹੁਣ ਕਲਾਇੰਟ ਅਨਕੌਂਸ਼ੀਅਸ ਅਤੇ ਅਨਰਿਸਪੋਂਸਿਵ ਹੋਵੇ ਤਾਂ ਉਸ ਕੇਸ ਦੇ ਵਿੱਚ ਕੀ ਕਰਦੇ ਹੈਗੇ ਆ, ਬੇਸਿਕ ਲਾਈਫ ਸਪੋਰਟ ਦਾ ਸੀਕੁਐਂਸ ਫੋਲੋ ਕੀਤਾ ਜਾਂਦਾ ਹੈ। ਹੁਣ ਇਹਦਾ ਜੋ ਸੀਕੁਐਂਸ ਹੁੰਦਾ ਆ, ਇਹਦੇ ਕੁਝ ਸਟੈਪਸ ਹੁੰਦੇ ਆ। ਫਸਟ ਸਟੈਪ ਹੁੰਦਾ ਆ ਵੈਰੀਫਾਈ ਸੀਨ ਸੇਫਟੀ। ਸੋ ਸਭ ਤੋਂ ਪਹਿਲਾਂ ਦੇਖਣਾ ਕਿ ਪਰਸਨ ਜੋ ਆਪਣਾ ਪੇਸ਼ੈਂਟ ਆ ਉਹ ਸੇਫ ਜਗ੍ਹਾ 'ਤੇ ਆ, ਅਸੀਂ ਸੇਫ ਜਗ੍ਹਾ 'ਤੇ ਆ, ਦੈਨ ਹੀ ਅਸੀਂ ਬਾਕੀ ਪ੍ਰੋਸੈਸ ਇਨੀਸ਼ੀਏਟ ਕਰਨਾ ਹੈ। ਦੈਨ ਸੈਕਿੰਡ ਸਟੈਪ ਇਜ਼ ਚੈੱਕ ਫॉर ਰਿਸਪੋਂਸਿਵਨੈਸ। ਅਸੀਂ ਦੇਖਣਾ ਕਿ ਪੇਸ਼ੈਂਟ ਰਿਸਪੌਂਡ ਕਰਨ ਦਿਆ ਕਿ ਨਹੀਂ ਕਰਨ ਦਿਆ ਹੈਗਾ, ਉਹਨੂੰ ਹਿਲਾ ਕੇ ਅਸੀਂ ਚੈੱਕ ਕਰਦੇ ਹਾਂ, ਉਹਨੂੰ ਬੁਲਾਉਂਦੇ ਹਾਂ। ਦੈਨ ਅਗਰ ਪੇਸ਼ੈਂਟ ਰਿਸਪੌਂਸਿਵ ਨਹੀਂ ਹੈਗਾ ਦੈਨ ਸ਼ਾਊਟ ਫॉर ਹੈਲਪ, ਰਾਈਟ। ਸੋ ਆਪਾਂ ਹੈਲਪ ਲਈ ਸ਼ਾਊਟ ਕਰਨਾ ਹੈਗਾ ਆ, ਐਮਰਜੈਂਸੀ ਰਿਸਪੌਂਸ ਸਿਸਟਮ ਐਕਟੀਵੇਟ ਕਰਨਾ ਹੈਗਾ ਆ, ਜਾਂ ਫਿਰ ਆਪਾਂ ਕੋਡ ਇਨੀਸ਼ੀਏਟ ਕਰਨਾ ਆ। ਦੈਨ ਫੋਰਥ ਸਟੈਪ ਆਪਣੇ ਕੋਲ ਆ ਜਾਂਦਾ ਆ ਕਿ ਅਸੀਂ ਪੇਸ਼ੈਂਟ ਦੀ ਬਰੀਦਿੰਗ ਚੈੱਕ ਕਰਨੀ ਆ ਔਰ ਪਲਸ ਚੈੱਕ ਕਰਨੀ ਹੈਗੀ ਆ। ਕਿੰਨਾ ਟਾਈਮ ਲਈ? ਫॉर 10 ਸੈਕਿੰਡਸ। 10 ਸੈਕਿੰਡ ਤੋਂ ਜ਼ਿਆਦਾ ਟਾਈਮ ਅਸੀਂ ਪਲਸ ਚੈੱਕ ਕਰਦੇ ਜਾਂ ਬਰੀਦਿੰਗ ਚੈੱਕ ਕਰਦੇ ਨਹੀਂ ਲਾਉਣਾ। ਐਂਡ ਇਹ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਚੈੱਕ ਕਰਨੀਆਂ ਆ ਨਾਲ ਹੀ। ਦੈਨ ਉਸ ਤੋਂ ਬਾਅਦ ਨੈਕਸਟ ਆਪਣਾ ਆ ਜਾਂਦਾ ਹੈ ਕਿ ਜੇ ਪੇਸ਼ੈਂਟ ਦੀ ਪਲਸ ਐਬਸੈਂਟ ਆ, ਸੋ ਪਲਸ ਐਬਸੈਂਟ ਹੋਵੇ ਤਾਂ ਇਮੀਡੀਏਟਲੀ CPR ਸਟਾਰਟ ਕਰ ਦਿੱਤੀ ਜਾਂਦੀ ਆ, ਠੀਕ ਹੈ ਜੀ। ਸੋ ਹੁਣ ਇਹਨਾਂ ਆਪਸ਼ਨਸ ਦੇ ਹਿਸਾਬ ਨਾਲ ਅਸੀਂ ਦੇਖਣਾ ਆ ਕਿ ਨਰਸ ਫਸਟ ਐਕਸ਼ਨ ਕੀ ਲਊਗੀ। ਲੈਟਸ ਸੀ ਆਪਸ਼ਨ A ਇਨੀਸ਼ੀਏਟ ਦ ਕੋਡ, B ਚੈੱਕ ਫॉर ਰੇਡੀਅਲ ਪਲਸ, C ਕੰਪਰੈਸ ਦ ਲੋਅਰ ਸਟਰਨਮ, D ਗਿਵ 4 ਫੁੱਲ ਇਨਫਲੇਸ਼ਨਸ। ਸੋ ਆਪਸ਼ਨ ਜੋ ਆਪਣੇ ਕੋਲ ਸੀਕੁਐਂਸ ਦਿੱਤਾ ਹੋਇਆ ਉਹਦੇ ਵਿੱਚ ਵੈਰੀਫਾਈ ਦ ਸੀਨ ਸੇਫਟੀ, ਦੈਨ ਸੈਕਿੰਡ ਦਿੱਤਾ ਹੈ ਚੈੱਕ ਫॉर ਰਿਸਪੋਂਸਿਵਨੈਸ, ਐਂਡ ਇਹ ਆਪਣੇ ਕੋਲ ਕੁਐਸਚਨ 'ਚ ਡਾਇਰੈਕਟਲੀ ਗਿਵਨ ਆ, ਪੇਸ਼ੈਂਟ ਅਨਕੌਂਸ਼ੀਅਸ ਆ, ਅਨਰਿਸਪੋਂਸਿਵ ਆ। ਸੋ ਫਸਟ ਦੋਨੋਂ ਸਟੈਪਸ ਆਪਣੇ ਗਏ। ਦੈਨ ਥਰਡ ਸਟੈਪ ਹੁਣ ਆਪਣਾ ਕੀ ਆਉਂਦਾ ਹੈ, ਸ਼ਾਊਟ ਫॉर ਹੈਲਪ ਔਰ ਅਨਾਊਂਸ ਔਰ ਇਨੀਸ਼ੀਏਟ ਕੋਡ। ਸੋ ਇਹ ਵਾਲਾ ਜੋ ਆਪਣਾ ਕਰੈਕਟ ਆਪਸ਼ਨ ਹੋਊਗਾ ਦੈਟ ਇਜ਼ ਆਪਸ਼ਨ A ਇਨੀਸ਼ੀਏਟ ਅ ਕੋਡ। ਦੈਨ ਬਾਕੀ ਆਪਸ਼ਨਸ ਜੋ ਆਪਣੇ ਕੋਲ ਦਿੱਤੀਆਂ, ਆਪਸ਼ਨ B ਦਿੱਤੀ ਹੈ ਚੈੱਕ ਫॉर ਰੇਡੀਅਲ ਪਲਸ। ਹੁਣ ਰੇਡੀਅਲ ਪਲਸ ਵਾਲੀ ਆਪਸ਼ਨ ਇੱਥੇ ਰੋਂਗ ਕਿਉਂ ਆ? ਬਿਕੋਜ਼ ਜੋ ਅਸੀਂ ਪਲਸ ਚੈੱਕ ਕਰਦੇ ਹੈਗੇ ਆ ਉਹ ਆਪਾਂ ਚੈੱਕ ਕਰਨੀ ਹੁੰਦੀ ਆ ਇਨ ਕੇਸ ਆਫ ਐਡਲਟਸ। ਕਿਹੜੀ ਪਲਸ ਚੈੱਕ ਕਰਦੇ ਆ? ਦੈਟ ਇਜ਼ ਕੈਰੋਟਿਡ ਪਲਸ। ਐਂਡ ਇਨ ਕੇਸ ਆਫ ਇਨਫੈਂਟਸ ਦੇ ਵਿੱਚ ਬ੍ਰੇਕੀਅਲ ਪਲਸ ਚੈੱਕ ਕੀਤੀ ਜਾਂਦੀ ਹੈ, ਠੀਕ ਹੈ ਜੀ। ਸੋ ਰੇਡੀਅਲ ਪਲਸ ਨਹੀਂ ਚੈੱਕ ਕਰਦੇ ਹੈਗੇ। ਦੈਨ ਆਪਸ਼ਨ C ਦਿੱਤੀ ਹੈ ਕੰਪਰੈਸ ਦ ਲੋਅਰ ਸਟਰਨਮ। ਲੋਅਰ ਸਟਰਨਮ ਨੂੰ ਕੰਪਰੈਸ ਕਰਨਾ ਮੀਨਸ ਜਦੋਂ CPR ਦੀ ਕੰਪਰੈਸ਼ਨ ਦਿੱਤੀ ਜਾਂਦੀ ਆ। ਸੋ ਇਹ ਚੀਜ਼ ਆਫਟਰ ਹੈਲਪ ਅਸੀਂ ਕਰਾਂਗੇ। ਪਹਿਲਾਂ ਹੈਲਪ ਲਈ ਅਨਾਊਂਸ ਸ਼ਾਊਟ ਕਰਦੇ ਹਾਂ, ਕੋਡ ਇਨੀਸ਼ੀਏਟ ਕੀਤਾ ਜਾਂਦਾ ਆ, ਦੈਨ ਉਸ ਤੋਂ ਬਾਅਦ ਪਲਸ ਐਂਡ ਬਰੀਦਿੰਗ ਚੈੱਕ ਕੀਤੀ ਜਾਂਦੀ ਆ, ਦੈਨ ਅਗਰ ਪਲਸ ਐਬਸੈਂਟ ਹੋਵੇ ਦੈਨ CPR ਸਟਾਰਟ ਕੀਤੀ ਜਾਂਦੀ। ਸੋ ਇਹ ਤਾਂ ਬਾਅਦ ਵਾਲਾ ਸਟੈਪ ਆ ਗਿਆ। ਸੋ ਦਿਸ ਇਜ਼ ਰੋਂਗ। ਆਪਸ਼ਨ D ਗਿਵ 4 ਫੁੱਲ ਲੰਗ ਇਨਫਲੇਸ਼ਨਸ। ਸੋ 4 ਲੰਗ ਇਨਫਲੇਸ਼ਨਸ ਨਹੀਂ, 2 ਲੰਗ ਇਨਫਲੇਸ਼ਨਸ ਦਿੱਤੀਆਂ ਜਾਂਦੀਆਂ ਆ, ਮੀਨਸ 2 ਬਰੀਦਿੰਗ ਦਿੱਤੀਆਂ ਜਾਂਦੀਆਂ ਆ ਆਫਟਰ 30 ਕੰਪਰੈਸ਼ਨਸ। ਸੋ 30:2 ਰੇਸ਼ੋ ਆਪਾਂ ਫੋਲੋ ਕਰਦੇ ਹਾਂ, ਨਾਟ 4। ਸੋ ਦਿਸ ਇਜ਼ ਆਲਸੋ ਰੋਂਗ। Next question है जी, a nurse is caring for a client with infection caused by group A beta hemolytic streptococci. The nurse should assess this client for responses associated with which illness? So group A beta hemolytic streptococci infection वाले patient ਦੇ ਵਿੱਚ ਕਿਹੜਾ complication nurse ਨੇ assess ਕਰਨਾ ਆ? Let's see your options. A hepatitis A. ਸੋ ਹੈਪੇਟਾਈਟਿਸ A ਜੋ ਹੈ ਇਹ ਵਾਇਰਲ ਲੀਵਰ ਇਨਫੈਕਸ਼ਨ ਆ, ਇਹ ਸਟ੍ਰੈਪਟੋਕੋਕਾਈ ਬੈਕਟੀਰੀਆ ਕਰਕੇ ਨਹੀਂ ਹੁੰਦਾ। ਦਿਸ ਇਜ਼ ਰੋਂਗ। ਆਪਸ਼ਨ B ਰੂਮੈਟਿਕ ਫੀਵਰ। ਸੋ ਜੋ ਰੂਮੈਟਿਕ ਫੀਵਰ ਆ ਇਹ ਇਮਿਊਨ ਮੀਡੀਏਟਡ ਰਿਸਪੌਂਸ ਹੁੰਦਾ ਆ। ਜਦੋਂ ਥਰੋਟ ਦੇ ਵਿੱਚ ਗਰੁੱਪ A ਸਟ੍ਰੈਪਟੋਕੋਕਲ ਬੈਕਟੀਰੀਆ ਇਨਫੈਕਸ਼ਨ ਹੁੰਦਾ ਆ, ਯਾਨੀ ਕਿ ਸਟ੍ਰੈਪ ਥਰੋਟ ਹੁੰਦਾ ਆ, ਅਤੇ ਜੇ ਉਹ ਇਨਫੈਕਸ਼ਨ ਪ੍ਰੋਪਰਲੀ ਟਰੀਟ ਨਾ ਹੋਵੇ ਸਪੈਸ਼ਲੀ ਵਿਦਾਊਟ ਐਂਟੀਬਾਇਓਟਿਕਸ ਤਾਂ 2-4 ਹਫ਼ਤਿਆਂ ਬਾਅਦ ਰੂਮੈਟਿਕ ਫੀਵਰ ਹੋ ਸਕਦਾ ਆ। ਇਹ ਡਾਇਰੈਕਟ ਬੈਕਟੀਰੀਆ ਕਰਕੇ ਨਹੀਂ ਹੁੰਦਾ, ਬਟ ਬੈਕਟੀਰੀਆ ਤੋਂ ਇਹਦੀ ਸ਼ੁਰੂਆਤ ਹੁੰਦੀ ਆ। ਉਹ ਕਿਸ ਤਰ੍ਹਾਂ? ਕਿਉਂਕਿ ਬੋਡੀ ਦਾ ਜੋ ਇਮਿਊਨ ਸਿਸਟਮ ਹੈਗਾ ਆ ਉਹ ਕਨਫਿਊਜ਼ ਹੋ ਜਾਂਦਾ। ਤਾਂ ਹੀ ਮੈਂ ਬੋਲਿਆ ਦਿਸ ਇਜ਼ ਇਮਿਊਨ ਮੀਡੀਏਟਡ ਰਿਸਪੌਂਸ। ਬੋਡੀ ਬੈਕਟੀਰੀਆ ਨੂੰ ਮਾਰਨ ਦੇ ਲਈ ਐਂਟੀਬੋਡੀਜ਼ ਬਣਾਉਂਦੀ ਹੈਗੀ ਆ ਜਦੋਂ ਸਟ੍ਰੈਪ ਥਰੋਟ ਇਨਫੈਕਸ਼ਨ ਹੋ ਰਹੀ ਆ। ਪਰ ਕੁਝ ਬੈਕਟੀਰੀਅਲ ਪ੍ਰੋਟੀਨਸ ਜੋ ਆ ਹਾਰਟ, ਜੁਆਇੰਟਸ ਅਤੇ ਸਕਿਨ ਦੇ ਜੋ ਟਿਸ਼ੂਜ਼ ਹੁੰਦੇ ਆ ਉਹਨਾਂ ਵਰਗੇ ਲੱਗਦੇ ਆ। ਸੋ ਐਂਟੀਬੋਡੀਜ਼ ਗਲਤੀ ਦੇ ਨਾਲ ਆਪਣੇ ਹੀ ਬੋਡੀ ਟਿਸ਼ੂਜ਼ 'ਤੇ ਅਟੈਕ ਕਰ ਦਿੰਦੀਆਂ ਆ, ਜਿਹਨੂੰ ਬੋਲਿਆ ਜਾਂਦਾ ਆ ਆਟੋ ਇਮਿਊਨ ਰਿਐਕਸ਼ਨ।
ਸੋ ਜਦੋਂ ਆਟੋ ਇਮਿਊਨ ਰਿਐਕਸ਼ਨ ਹੁੰਦੀ ਆ ਦੈਨ ਇਹਦੇ ਕਰਕੇ ਇਨਫਲੈਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਆ ਐਂਡ ਉਹ ਇਨਫਲੈਮੇਸ਼ਨ ਕਿਹੜੇ ਪਾਰਟਸ 'ਤੇ ਹੁੰਦੀ ਆ, ਸਪੈਸ਼ਲੀ ਹਾਰਟ ਵੈਲਵਸ ਨੂੰ ਅਫੈਕਟ ਕਰਦੀ ਆ, ਜੁਆਇੰਟਸ 'ਤੇ ਹੋਊਗੀ, ਸਕਿਨ 'ਤੇ ਹੋਊਗੀ ਐਂਡ ਇਵਨ ਬ੍ਰੇਨ ਦੇ ਵਿੱਚ ਹੋ ਸਕਦੀ ਹੈਗੀ ਆ। ਸੋ ਦਿਸ ਇਜ਼ ਰਿਊਮੈਟਿਕ ਫੀਵਰ ਜੋ ਕਿ ਸ਼ੁਰੂ ਹੁੰਦਾ ਆ ਸਟ੍ਰੈਪਥਰੋਡ ਤੋਂ। ਸਟ੍ਰੈਪਥਰੋਡ ਕਦ ਕਰਕੇ ਹੋਇਆ? ਡਿਊ ਟੂ ਗਰੁੱਪ ਏ ਬੀਟਾ ਹੀਮੋਲਿਟਿਕ ਸਟ੍ਰੈਪਟੋਕੋਕਲ ਬੈਕਟੀਰੀਆ। ਠੀਕ ਹੈ ਜੀ। ਸੋ ਦਿਸ ਇਜ਼ ਕਰੈਕਟ ਆਪਸ਼ਨ। ਆਪਸ਼ਨ ਸੀ ਦਿੱਤੀ ਹੈ ਸਪਾਈਨਲ ਮੈਨੇਂਜਾਈਟਿਸ। ਸੋ ਮੈਨੇਂਜਾਈਟਿਸ ਮੀਨਸ ਇਨਫਲੈਮੇਸ਼ਨ ਆਫ ਮੈਨੇਂਜਿਸ ਜੋ ਕਿ ਸਪਾਈਨਲ ਲਿਖਿਆ ਆ ਦੈਟ ਇਜ਼ ਅਰਾਊਂਡ ਸਪਾਈਨਲ ਕਾਰਡ। ਸੋ ਇਹ ਡਿਫਰੈਂਟ ਔਰਗੈਨਿਜ਼ਮਸ ਇਹਨੂੰ ਕਾਜ਼ ਕਰ ਸਕਦੇ ਆ ਲਾਈਕ ਨੇਜ਼ੀਰੀਆ। ਇਹ ਟਿਪੀਕਲੀ ਸਟ੍ਰੈਪਟੋਕੋਕਲ ਇਨਫੈਕਸ਼ਨ ਨਹੀਂ ਹੁੰਦੀ। ਦਿਸ ਇਜ਼ ਰੋਂਗ। ਆਪਸ਼ਨ ਡੀ ਰਿਊਮੇਟਾਇਡ ਆਰਥਰਾਈਟਿਸ। ਸੋ ਇਹ ਵਾਲੀ ਜੋ ਕੰਡੀਸ਼ਨ ਹੈਗੀ ਆ ਇਹ ਆਟੋ ਇਮਿਊਨ ਕੰਡੀਸ਼ਨ ਹੁੰਦੀ ਆ। ਇਹ ਕਿਸੇ ਵੀ ਬੈਕਟੀਰੀਆ ਕਰਕੇ ਸਟਾਰਟ ਨਹੀਂ ਹੁੰਦੀ। ਇਹ ਇਮਿਊਨ ਸਿਸਟਮ ਖੁਦ ਦੇ ਜੁਆਇੰਟਸ 'ਤੇ ਹੀ ਅਟੈਕ ਕਰਨਾ ਸਟਾਰਟ ਕਰ ਦਿੰਦਾ ਆ। ਨੈਕਸਟ ਕੁਐਸਚਨ ਹੈ ਜੀ ਵਿਚ ਰਿਲੇਸ਼ਨਸ਼ਿਪ ਡਜ਼ ਦ ਨਰਸ ਕੰਸਿਡਰ ਰਿਫਲੈਕਟਿਵ ਆਫ ਦ ਰਿਲੇਸ਼ਨਸ਼ਿਪ ਆਫ ਨੈਲੋਕਜ਼ੋਨ ਦੈਟ ਇਜ਼ ਨਾਰਕੈਨ ਟੂ ਮੋਰਫਿਨ ਸਲਫੇਟ। ਸੋ ਨੈਲੋਕਜ਼ੋਨ ਅਤੇ ਮੋਰਫਿਨ ਸਲਫੇਟ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਆ? ਸੋ ਨੈਲੋਕਜ਼ੋਨ ਜੋ ਹੈਗਾ ਆ ਮੋਰਫਿਨ ਦਾ ਕੀ ਆ? ਐਂਟੀਡੋਟ ਆ, ਉਹਦਾ ਰਿਵਰਸਲ ਏਜੰਟ ਆ। ਅਸੀਂ ਦੇਖਣਾ ਆ ਕਿ ਗਿਵਨ ਆਪਸ਼ਨਸ 'ਚੋਂ ਕਿਹੜਾ ਪੇਅਰ ਸੇਮ ਇਹ ਵਾਲਾ ਰਿਲੇਸ਼ਨ ਸ਼ੋ ਕਰ ਰਿਹਾ ਆ ਮੀਨਸ ਡਰੱਗ ਪਲੱਸ ਐਂਟੀਡੋਟ ਵਾਲਾ ਜੋ ਰਿਲੇਸ਼ਨ ਜਿੱਥੇ ਦਿੱਤਾ ਹੋਊਗਾ ਉਹ ਵਾਲੀ ਆਪਸ਼ਨ ਆਪਣੀ ਕਰੈਕਟ ਹੋਊਗੀ। ਲੈਟਸ ਸੀ ਆਪਸ਼ਨ ਏ ਐਸਪਰਿਨ ਟੂ ਵਾਰਫਰਿਨ। ਹੁਣ ਐਸਪਰਿਨ ਵਾਰਫਰਿਨ ਇਹ ਦੋਨੋਂ ਹੀ ਐਂਟੀਕੋਗੂਲੈਂਟਸ ਨੇ, ਇਹਨਾਂ 'ਚੋਂ ਕੋਈ ਕਿਸੇ ਦਾ ਐਂਟੀਡੋਟ ਨਹੀਂ ਹੈਗਾ। ਦਿਸ ਇਜ਼ ਰੋਂਗ। ਆਪਸ਼ਨ ਬੀ ਅਮੋਕਸੀਸਿਲਿਨ ਟੂ ਸਿਸਟੈਮਿਕ ਇਨਫੈਕਸ਼ਨ। ਅਮੋਕਸੀਸਿਲਿਨ ਕੀ ਆ? ਐਂਟੀਬਾਇਓਟਿਕ ਆ। ਸੋ ਅਮੋਕਸੀਸਿਲਿਨ ਇਨਫੈਕਸ਼ਨ ਨੂੰ ਟਰੀਟ ਕਰਦਾ ਆ, ਨਾਟ ਐਨ ਐਂਟੀਡੋਟ। ਆਪਸ਼ਨ ਸੀ ਪ੍ਰੋਟਾਮਾਈਨ ਸਲਫੇਟ ਟੂ ਪੈਰੈਂਟਰਲ ਹੈਪਰਿਨ। ਯੈਸ ਦਿਸ ਇਜ਼ ਕਰੈਕਟ ਬਿਕੋਜ਼ ਜੋ ਹੈਪਰਿਨ ਹੁੰਦਾ ਆ ਇਹਦਾ ਐਂਟੀਡੋਟ ਕਿਹੜਾ ਆ? ਪ੍ਰੋਟਾਮੀਨ ਸਲਫੇਟ। ਠੀਕ ਹੈ ਜੀ। ਦੈਨ ਆਪਸ਼ਨ ਡੀ ਇਨੋਕਸਾਪੈਰਨ ਟੂ ਡੈਲਟੀਪੈਰਨ। ਸੋ ਇਹ ਵੀ ਦੋਨੋਂ ਸੇਮ ਕਲਾਸ ਦੇ ਵਿੱਚ ਹੀ ਆਉਂਦੇ ਆ। ਇਹ ਵੀ ਦੋਨੋਂ ਐਂਟੀਡੋਟਸ ਨਹੀਂ ਹੈਗੇ। ਦੀਜ਼ ਆਰ ਲੋ ਮੋਲੀਕੂਲਰ weight ਹੈਪਰਿਨ। ਸੋ ਕਰੈਕਟ ਆਂਸਰ ਇਜ਼ ਆਪਸ਼ਨ ਸੀ। Next question है जी the nurse uses abdominal thoracic thrust that is Heimlich maneuver when an older adult in a senior center chokes on a piece of meat. Which volume of air is the basis for efficacy of abdominal thrust to expel a foreign object in the lyrics? ਸੋ ਸਭ ਤੋਂ ਪਹਿਲਾਂ ਹੇਮਲਿਚ ਮੈਨੂਵਰ ਜਿਹਨੂੰ ਕਿ ਐਬਡੋਮੀਨਲ ਥੋਰੈਸਿਕ ਥਰਸਟ ਵੀ ਬੋਲਿਆ ਜਾਂਦਾ ਆ, ਇਹ ਸਡਨ ਪ੍ਰੈਸ਼ਰ ਕ੍ਰੀਏਟ ਕਰਦਾ ਆ ਡਾਇਫਰਾਮ ਤੇ ਲੰਗਸ 'ਤੇ। ਇਹ ਪ੍ਰੈਸ਼ਰ ਲੰਗਸ ਦੇ ਵਿੱਚ ਬਚੀ ਹੋਈ ਏਅਰ ਨੂੰ ਫੋਰਸਫੁਲੀ ਬਾਹਰ ਕੱਢਦਾ ਆ ਜਿਹਦੇ ਨਾਲ ਜੋ ਵੀ ਫੋਰਨ ਬੋਡੀ ਜੋ ਸਟਕ ਹੋਈ ਹੋਊਗੀ ਜਿਹਦੇ ਕਰਕੇ ਚੋਕਿੰਗ ਹੋ ਰਹੀ ਆ ਉਹ ਐਕਸਪੈਲ ਆਊਟ ਹੋ ਜੂਗੀ। ਸੋ ਹੇਮਲਿਚ ਮੈਨੂਵਰ ਜੋ ਆ ਇਹਦੇ ਵਿੱਚ ਕਿਹੜੀ ਵੋਲਿਊਮ ਆਫ ਏਅਰ ਜੋ ਹੈ ਯੂਜ਼ ਹੁੰਦੀ ਆ, ਇਹ ਸਾਡਾ ਕੁਐਸਚਨ ਆ। ਸੋ ਇਸ ਮੈਨੂਵਰ ਦੇ ਵਿੱਚ ਜੋ ਏਅਰ ਰਿਮੇਨਿੰਗ ਇਨ ਲੰਗਸ ਆਫਟਰ ਐਕਸਲੇਸ਼ਨ ਹੁੰਦੀ ਆ, ਮਤਲਬ ਉਹ ਏਅਰ ਜੋ ਕਿ ਫੋਰਸਫੁਲੀ ਐਕਸਪੀਰੇਸ਼ਨ ਤੋਂ ਬਾਅਦ ਵੀ ਲੰਗਸ ਦੇ ਵਿੱਚ ਰਹਿ ਜਾਂਦੀ ਆ, ਇਹਨੂੰ ਕਹਿੰਦੇ ਆ ਰੈਜ਼ੀਡੂਅਲ ਵੋਲਿਊਮ ਐਂਡ ਉਹੀ ਇਸ ਮੈਨੂਵਰ ਦੀ ਐਫੀਕੇਸੀ ਨੂੰ ਇਨਸ਼ੋਰ ਕਰਦੀ ਆ। ਸੋ ਆਪਣੇ ਕੋਲ ਆਪਸ਼ਨਸ ਕੀ ਦਿੱਤੀਆਂ? ਏ ਟਾਈਡਲ, ਬੀ ਰੈਜ਼ੀਡੂਅਲ, ਸੀ ਵਾਈਟਲ ਕੈਪੈਸਿਟੀ, ਡੀ ਇੰਸਪੀਰੇਟਰੀ ਰਿਜ਼ਰਵ। ਸੋ ਕਰੈਕਟ ਆਂਸਰ ਆਪਣਾ ਕੀ ਆ ਜਾਊਗਾ ਇਸ ਕੇਸ ਦੇ ਵਿੱਚ? ਰੈਜ਼ੀਡੂਅਲ ਵੋਲਿਊਮ। ਬਾਕੀ ਆਪਸ਼ਨਸ ਜੋ ਦਿੱਤੀਆਂ ਆ ਟਾਈਡਲ। ਹੁਣ ਟਾਈਡਲ ਵੋਲਿਊਮ ਕਿਹੜੀ ਹੁੰਦੀ ਆ? ਇਹ ਨੋਰਮਲ ਬਰੀਦਿੰਗ ਵਾਲੀ ਏਅਰ ਵੋਲਿਊਮ ਹੁੰਦੀ ਆ, ਮੀਨਸ ਜਿੰਨੀ ਏਅਰ ਅਸੀਂ ਨੋਰਮਲੀ ਇਨਹੇਲ ਜਾਂ ਐਕਸੇਲ ਕਰਦੇ ਹਾਂ ਦੈਟ ਇਜ਼ ਟਾਈਡਲ ਵੋਲਿਊਮ। ਦੈਨ ਆਪਸ਼ਨ ਸੀ ਦਿੱਤੀ ਹੈ ਵਾਈਟਲ ਕੈਪੈਸਿਟੀ। ਵਾਈਟਲ ਕੈਪੈਸਿਟੀ ਮਤਲਬ ਜੋ ਮੈਕਸਿਮਮ ਇਨਹੈਲੇਸ਼ਨ ਅਤੇ ਐਕਸਲੇਸ਼ਨ ਦੀ ਕੈਪੈਸਿਟੀ ਆ। ਮੈਕਸਿਮਮ ਏਅਰ ਜੋ ਤੁਸੀਂ ਡੀਪ ਇਨਹੇਲ ਕਰਨ ਤੋਂ ਬਾਅਦ ਪੂਰੀ ਫੋਰਸ ਦੇ ਨਾਲ ਬਾਹਰ ਕੱਢ ਸਕਦੇ ਹੋ ਦੈਟ ਇਜ਼ ਵਾਈਟਲ ਕੈਪੈਸਿਟੀ। ਆਪਸ਼ਨ ਡੀ ਇੰਸਪੀਰੇਟਰੀ ਰਿਜ਼ਰਵ। ਇੰਸਪੀਰੇਟਰੀ ਰਿਜ਼ਰਵ ਹੁੰਦੀ ਹੈ ਐਕਸਟਰਾ ਇਨਹੇਲਡ ਏਅਰ ਵੋਲਿਊਮ, ਮੀਨਸ ਤੁਸੀਂ ਨੋਰਮਲ ਸਾਹ ਲੈਣ ਤੋਂ ਬਾਅਦ ਜਦੋਂ ਹੋਰ ਐਕਸਟਰਾ ਏਅਰ ਫੋਰਸਫੁਲੀ ਅੰਦਰ ਖਿੱਚਦੇ ਹੋ ਦੈਟ ਇਜ਼ ਇੰਸਪੀਰੇਟਰੀ ਰਿਜ਼ਰਵ। ਠੀਕ ਹੈ ਜੀ। Next question is a client is admitted with suspected atelectasis. Which clinical manifestation does the nurse expect to identify when assessing this client? Atelectasis ਦੇ ਵਿੱਚ ਕੀ ਕੰਡੀਸ਼ਨ ਹੁੰਦੀ ਹੈ? ਇਹਦੇ ਵਿੱਚ ਐਲਵੀਓਲਾਈ ਲੰਗਸ ਦੇ ਵਿੱਚ ਕੀ ਹੁੰਦੇ ਆ? ਕੋਲੈਪਸ ਕਰ ਜਾਂਦੇ ਹੈਗੇ ਆ, ਜਿਹਦੇ ਕਾਰਨ ਜੋ ਅਫੈਕਟਡ ਏਰੀਆ ਹੁੰਦਾ ਆ ਉਹਦੇ ਵਿੱਚ ਏਅਰ ਐਂਟਰੀ ਘੱਟ ਹੋ ਜਾਂਦੀ ਆ।
ਹੁਣ ਜਦੋਂ ਏਅਰ ਐਂਟਰ ਹੀ ਨਹੀਂ ਕਰਨ ਦੀ ਹੈਗੀ ਅੰਦਰ, ਤਾਂ ਜਦੋਂ ਅਸੀਂ ਔਸਕਲਟੇਟ ਕਰਾਂਗੇ ਮੀਨਸ ਸਟੈਥੋਸਕੋਪ ਦੇ ਨਾਲ ਬ੍ਰੈਥ ਸਾਊਂਡਸ ਨੂੰ ਸੁਣਾਂਗੇ, ਤਾਂ ਜਿਹੜੀਆਂ ਬ੍ਰੈਥ ਸਾਊਂਡਸ ਆ ਉਹ ਬਹੁਤ ਹੀ ਘੱਟ ਜਾਂ ਫਿਰ ਬਿਲਕੁਲ ਐਬਸੈਂਟ ਜੋ ਹੋਣਗੀਆਂ ਉਸ ਏਰੀਆ 'ਤੇ, ਠੀਕ ਹੈ ਜੀ। ਸੋ ਇਸ ਕਲਾਇੰਟ ਦੇ ਵਿੱਚ ਨਰਸ ਕਿਹੜੀ ਕਲੀਨਿਕਲ ਮੈਨੀਫੈਸਟੇਸ਼ਨ ਐਕਸਪੈਕਟ ਕਰਦੀ ਆ? ਆਪਸ਼ਨ ਏ ਸਲੋ ਡੀਪ ਰੈਸਪੀਰੇਸ਼ਨਸ, ਨੋ। ਐਟੀਲੈਕਟੇਸਿਸ ਦੇ ਵਿੱਚ ਯੂਜੂਅਲੀ ਰੈਪਿਡ ਸ਼ੈਲੋ ਬਰੀਦਿੰਗ ਹੁੰਦੀ ਆ, ਨॉट ਸਲੋ ਔਰ ਡੀਪ। ਆਪਸ਼ਨ ਬੀ ਨਾਰਮਲ ਔਰਲ ਟੈਂਪਰੇਚਰ। ਸੋ ਇਹ ਐਟੀਲੈਕਟੇਸਿਸ ਦਾ ਕਲੀਨਿਕਲ ਮੈਨੀਫੈਸਟੇਸ਼ਨ ਹੈਗਾ, ਟੈਂਪਰੇਚਰ ਨਾਰਮਲ ਦਿੱਤਾ ਹੋਇਆ ਹੈ, ਕਿਸੇ ਤਰ੍ਹਾਂ ਉਹਦਾ ਸਾਈਨ ਨਹੀਂ ਹੈਗਾ, ਦਿਸ ਇਜ਼ ਰੋਂਗ। ਆਪਸ਼ਨ ਸੀ ਡਰਾਈ ਅਨਪ੍ਰੋਡਕਟਿਵ ਕਫ। ਸੋ ਇਸ ਪੇਸ਼ੈਂਟ ਦੇ ਵਿੱਚ ਕਫ ਹੋ ਸਕਦਾ ਆ, ਬਟ ਇਹ ਬਹੁਤ ਜ਼ਿਆਦਾ ਕਰੈਕਟਰਿਸਟਿਕ ਸਾਈਨ ਐਟੀਲੈਕਟੇਸਿਸ ਦਾ ਨਹੀਂ ਹੁੰਦਾ, ਮੇਨ ਸਾਈਨ ਨਹੀਂ ਹੈ ਜਿਹਦੇ ਤੋਂ ਅਸੀਂ ਇਸ ਕੰਡੀਸ਼ਨ ਨੂੰ ਆਈਡੈਂਟੀਫਾਈ ਕਰ ਸਕੀਏ, ਦਿਸ ਇਜ਼ ਰੋਂਗ। ਆਪਸ਼ਨ ਡੀ ਡਿਮਿਨਿਸ਼ਡ ਬ੍ਰੈਥ ਸਾਊਂਡਸ, ਯੈਸ ਦਿਸ ਇਜ਼ ਕਰੈਕਟ, ਬਿਕੋਜ਼ ਐਟੀਲੈਕਟੇਸਿਸ ਵਿੱਚ ਕੀ ਹੁੰਦੇ ਆ, ਐਲਵੀਓਲਾਈ ਕੋਲੈਪਸ ਕਰਨ ਦੇ ਆ, ਐਲਵੀਓਲਾਈ ਕੋਲੈਪਸ ਹੋਣ ਦੇ ਕਰਕੇ ਬ੍ਰੈਥ ਸਾਊਂਡਸ ਘੱਟ ਜਾਂਦੀਆਂ ਆ ਜਾਂ ਬਿਲਕੁਲ ਐਬਸੈਂਟ ਹੁੰਦੀਆਂ। Okay ji, next question is when a client suffers a complete pneumothorax, there is a danger of mediastinal shift. If such a shift occurs, what potential effect is the cause of concern? ਸੋ ਸਭ ਤੋਂ ਪਹਿਲਾਂ ਜੋ ਨੀਮੋਥੋਰੈਕਸ ਕੰਡੀਸ਼ਨ ਆ, ਇਹਦੇ ਵਿੱਚ ਕੀ ਹੁੰਦਾ ਕਿ ਪਲੂਰਲ ਸਪੇਸ ਦੇ ਵਿੱਚ ਏਅਰ ਕਲੈਕਟ ਹੋ ਜਾਂਦੀ ਹੈਗੀ ਆ, ਐਂਡ ਮੀਡੀਆਸਟਾਈਨਮ ਕੀ ਹੁੰਦਾ, ਇੱਥੇ ਵਰਡ ਆਪਣੇ ਕੋਲ ਦਿੱਤਾ ਮੀਡੀਆਸਟਾਈਨਲ ਸ਼ਿਫਟ। ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੀਡੀਆਸਟਾਈਨਮ ਕੀ ਆ। ਸੋ ਮੀਡੀਆਸਟਾਈਨਮ ਚੈਸਟ ਐਂਡ ਥੋਰੈਸਿਕ ਕੈਵਿਟੀ ਦਾ ਮਿਡਲ ਏਰੀਆ ਹੁੰਦਾ ਆ, ਜੋ ਦੋ ਲੰਗਸ ਦੇ ਵਿਚਕਾਰ ਆ, ਜਿੱਥੇ ਹਾਰਟ ਲੋਕੇਟਡ ਹੁੰਦਾ ਆ। ਸੋ ਜੇ ਨੀਮੋਥੋਰੈਕਸ ਵਾਲੇ ਪੇਸ਼ੈਂਟ ਦੇ ਵਿੱਚ ਮੀਡੀਆਸਟਾਈਨਲ ਸ਼ਿਫਟ ਹੋ ਜੇ ਤਾਂ ਇਹ ਬਹੁਤ ਜ਼ਿਆਦਾ ਡੇਂਜਰਸ ਹੋ ਸਕਦਾ ਹੈ, ਸਪੈਸ਼ਲੀ ਇਨ ਕੇਸ ਆਫ ਕੰਪਲੀਟ ਐਂਡ ਟੈਂਸ਼ਨ ਨੀਮੋਥੋਰੈਕਸ। ਆਪਣਾ ਕੁਐਸਚਨ ਵੀ ਇੱਥੇ ਦੇ ਬਾਰੇ 'ਚ ਆ ਕਿ ਇਸ ਕੰਡੀਸ਼ਨ ਦੇ ਵਿੱਚ ਕਿਹੜਾ ਮੇਨ ਕੰਸਰਨ ਹੋਊਗਾ। ਸੋ ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਇਹਦੇ ਕਰਕੇ ਹੁੰਦਾ ਕੀ ਆ। ਹੁਣ ਜਦੋਂ ਪਲੂਰਲ ਸਪੇਸ ਵਿੱਚ ਹਵਾ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰ ਦਿੰਦੀ ਆ ਇਨ ਕੇਸ ਆਫ ਨੀਮੋਥੋਰੈਕਸ, ਅਤੇ ਉਹਦੇ ਕਰਕੇ ਕੀ ਹੋਣ ਲੱਗ ਪੈਂਦਾ ਆ, ਮੀਡੀਆਸਟਾਈਨਲ ਸ਼ਿਫਟ, ਮੀਨਸ ਮੀਡੀਆਸਟਾਈਨਮ ਆਪਣੀ ਜਗ੍ਹਾ ਤੋਂ ਆਪੋਜ਼ਿਟ ਸਾਈਡ ਵੱਲ ਸ਼ਿਫਟ ਹੋ ਜਾਂਦਾ ਆ। ਇਹ ਸ਼ਿਫਟ ਹੋਣ ਦੇ ਕਰਕੇ ਹਾਰਟ ਅਤੇ ਜਿਹੜੇ ਮੇਜਰ ਬਲੱਡ ਵੈਸਲਸ ਹੁੰਦੇ ਆ ਉਹ ਕੰਪਰੈਸ ਕਰ ਸਕਦੇ ਹੈਗੇ ਆ। ਸੋ ਉਹਦੇ ਕਰਕੇ ਬਲੱਡ ਹਾਰਟ ਤੱਕ ਪ੍ਰੋਪਰਲੀ ਵਾਪਸ ਨਹੀਂ ਆ ਪਾਉਂਦਾ, ਮੀਨਸ ਦੇਅਰ ਇਜ਼ ਡਿਕਰੀਜ਼ਡ ਵੀਨਸ ਰਿਟਰਨ। ਹੁਣ ਇਹਦੇ ਕਰਕੇ ਰਾਈਟ ਸਾਈਡ ਹਾਰਟ ਦੀ ਜੋ ਫਿਲਿੰਗ ਹੈਗੀ ਆ ਉਹ ਡਿਕਰੀਜ਼ ਹੋ ਜਾਂਦੀ ਆ। ਇਹ ਡੇਂਜਰਸ ਐਮਰਜੈਂਸੀ ਆ, ਬਿਕੋਜ਼ ਹੁਣ ਇਹਦੇ ਕਰਕੇ ਕੀ ਹੋ ਰਿਹਾ, ਕਾਰਡੀਅਕ ਆਊਟਪੁੱਟ ਡਿਕਰੀਜ਼ ਹੋ ਸਕਦਾ ਆ। ਹੁਣ ਜਦੋਂ ਇਹ ਵਾਲੀ ਕੰਡੀਸ਼ਨ ਹੁੰਦੀ ਆ ਤਾਂ ਇਹਦੇ ਕਾਰਨ ਕੀ ਹੋਊਗਾ, ਬੀਪੀ ਘਟ ਸਕਦਾ ਆ, ਦੈਟ ਇਜ਼ ਹਾਈਪੋਟੈਂਸ਼ਨ, ਬਰੀਦਿੰਗ ਡਿਫੀਕਲਟੀ ਹੋਊਗੀ, ਪਰਸਨ ਸ਼ੌਕ 'ਚ ਜਾ ਸਕਦਾ, ਕਾਰਡੀਅਕ ਅਰੈਸਟ ਵੀ ਹੋ ਸਕਦਾ ਹੈ ਜੇ ਐਮਰਜੈਂਸੀ ਟਰੀਟਮੈਂਟ ਨਾ ਮਿਲੇ ਤੇ, ਠੀਕ ਹੈ ਜੀ। ਸੋ ਲੈਟਸ ਸੀ ਆਰ ਆਪਸ਼ਨ ਕਿ ਮੇਨ ਕੰਸਰਨ ਕਿਹੜਾ ਹੋਊਗਾ ਇਸ ਕੇਸ ਦੇ ਵਿੱਚ। ਆਪਸ਼ਨ ਏ ਰਪਚਰ ਆਫ ਪੈਰੀਕਾਰਡੀਅਮ, B infection of subpleural lining, C decreased filling of right heart, D increased volume of unaffected lung। so main ਅਸੀਂ ਕੀ ਇਸ ਕੇਸ ਦੇ ਵਿੱਚ ਪ੍ਰੋਬਲਮ ਪੜੀ, ਦੈਟ ਇਜ਼ ਡਿਕਰੀਜ਼ਡ ਫੀਲਿੰਗ ਆਫ ਰਾਈਟ ਹਾਰਟ, ਜਿਹਦੇ ਕਰਕੇ ਪਰਸਨ ਸ਼ੌਕ 'ਚ ਜਾ ਸਕਦਾ ਹੈ, ਕਾਰਡੀਅਕ ਅਰੈਸਟ ਹੋ ਸਕਦਾ ਹੈ, ਠੀਕ ਹੈ ਜੀ। ਕਰੈਕਟ ਆਂਸਰ ਇਜ਼ ਆਪਸ਼ਨ ਸੀ। Next question है जी, a client has chest tubes attached to a chest tube drainage system. What should the nurse do when caring for this client? So chest tube वाले patient ਦੀ nurse care ਕਰ ਰਹੀ ਆ, ਤਾਂ ਇਸ ਕੇਸ ਦੇ ਵਿੱਚ nurse ਨੇ ਕੀ ਕਰਨਾ ਆ। Option A clamp the chest tubes when suctioning. Suctioning ਦੇ ਟਾਈਮ ਤੇ chest tube clamps ਕਰਨੀਆਂ? No, this is wrong. chest tubes ਅਸੀਂ routinely clamp ਨਹੀਂ ਕਰਦੇ ਹੈਗੇ, even suctioning ਦੇ ਟਾਈਮ ਤੇ ਵੀ ਨਹੀਂ ਕਰਦੇ। ਕਲੈਂਪ ਕਰਨ ਦੇ ਨਾਲ ਅੰਦਰ ਪ੍ਰੈਸ਼ਰ ਬਿਲਡ ਹੋ ਸਕਦਾ ਆ ਐਂਡ ਏਅਰ ਲੀਕ ਹੋ ਸਕਦੀ ਹੈਗੀ ਆ, ਟੈਂਸ਼ਨ ਨੀਮੋਥੋਰੈਕਸ ਦਾ ਰਿਸਕ ਹੁੰਦਾ ਆ, ਠੀਕ ਹੈ ਜੀ। ਸੋ ਕਲੈਂਪਿੰਗ ਸਿਰਫ ਉਦੋਂ ਕੀਤੀ ਜਾਂਦੀ ਆ ਜੇ ਡਰੇਨੇਜ ਸਿਸਟਮ ਚੇਂਜ ਕਰਨਾ ਆ ਜਾਂ ਫਿਰ ਚੈਸਟ ਟਿਊਬ ਰਿਮੂਵ ਕਰਨੀ ਆ, ਉਸ ਤੋਂ ਪਹਿਲਾਂ ਡਿਪੈਂਡਿੰਗ ਔਨ ਡਾਕਟਰਸ ਆਰਡਰ ਅਸੀਂ ਆਪਣੇ ਆਪ ਚੈਸਟ ਟਿਊਬ ਨੂੰ ਕਲੈਂਪ ਨਹੀਂ ਕਰ ਸਕਦੇ, ਦਿਸ ਇਜ਼ ਰੋਂਗ। ਆਪਸ਼ਨ ਬੀ ਪੈਲਪੇਟ ਦ ਸਰਾਊਂਡਿੰਗ ਏਰੀਆ ਫॉर ਕ੍ਰਿਪਿਟਸ। ਕ੍ਰਿਪਿਟਸ ਦਾ ਮਤਲਬ
ਕਿ ਕਰੈਕਲਿੰਗ ਸੈਂਸੇਸ਼ਨ ਐਂਡ ਪਾਲਪੇਟ ਕਰਦੇ ਟਾਈਮ ਮੀਨਸ ਜਦੋਂ ਉਹਨੂੰ ਟੱਚ ਕਰਕੇ ਪਾਲਪੇਟ ਕਰਕੇ ਦੇਖਿਆ ਜਾਂਦਾ ਤਾਂ ਉੱਥੇ ਕਰੈਕਲਿੰਗ ਸੈਂਸੇਸ਼ਨ ਫੀਲ ਹੋ ਰਹੀ ਆ। ਸੋ ਨਰਸ ਨੂੰ ਚੈਸਟ ਟਿਊਬ ਦੇ ਸਰਾਊਂਡਿੰਗ ਏਰੀਆ ਨੂੰ ਕ੍ਰਿਪੀਟਸਲੀ ਪਾਲਪੇਟ ਕਰਨਾ ਚਾਹੀਦਾ ਆ, ਬਿਲਕੁਲ, ਬਿਕੋਜ਼ ਇਹ ਸਬਕਿਊਟੇਨੀਅਸ ਐਮਫਾਈਜ਼ੀਮਾ ਦਾ ਸਾਈਨ ਹੋ ਸਕਦਾ ਆ। ਜੇ ਏਅਰ ਚੈਸਟ ਟਿਊਬ ਸਾਈਡ ਤੋਂ ਟਿਸ਼ੂਜ਼ ਦੇ ਥੱਲੇ ਲੀਕ ਹੋ ਰਹੀ ਹੋਵੇ ਤਾਂ ਉਸ ਟਾਈਮ 'ਤੇ ਟੱਚ ਕਰਨ 'ਤੇ ਪਾਲਪੇਟ ਕਰਨ 'ਤੇ ਰਾਈਸ ਕ੍ਰਿਸਪਸ ਜਾਂ ਬਬਲ ਰੈਪ ਵਰਗਾ ਫੀਲ ਹੁੰਦਾ ਆ। ਸੋ अर्ਲੀ ਡਿਟੈਕਸ਼ਨ ਬਹੁਤ ਇੰਪੋਰਟੈਂਟ ਹੈ ਬਿਕੋਜ਼ ਇਟ ਕੈਨ ਇੰਡੀਕੇਟ ਏਅਰ ਲੀਕ ਜਾਂ ਫਿਰ ਸਬਕਿਊਟੇਨੀਅਸ ਐਮਫਾਈਜ਼ੀਮਾ। ਠੀਕ ਹੈ ਜੀ, ਸੋ ਦਿਸ ਇਜ਼ ਕਰੈਕਟ। ਆਪਸ਼ਨ ਸੀ, ਚੇਂਜ ਦ ਡਰੈਸਿੰਗ ਡੇਲੀ ਯੂਜ਼ਿੰਗ ਏਸੈਪਟਿਕ ਟੈਕਨੀਕ। ਚੈਸਟ ਟਿਊਬ ਡਰੈਸਿੰਗ ਡੇਲੀ ਰੂਟੀਨ ਬੇਸਿਸ 'ਤੇ ਜ਼ਰੂਰੀ ਨਹੀਂ ਚੇਂਜ ਕੀਤੀ ਜਾਂਦੀ ਹੈਗੀ। ਯੂਜੂਅਲੀ ਡਰੈਸਿੰਗ ਅਕੋਰਡਿੰਗ ਟੂ ਹੌਸਪੀਟਲ ਪੋਲਿਸੀ, ਜੇ ਵੈਟ ਆ, ਸੋਇਲਡ ਆ ਜਾਂ ਫਿਰ ਡਰੈਸਿੰਗ ਲੂਜ਼ ਹੋਵੇ ਤਾਂ ਫਿਰ ਚੇਂਜ ਕਰਦੇ ਹੈਗੇ ਆ, ਡੇਲੀ ਨਹੀਂ ਕੀਤੀ ਜਾਂਦੀ। ਦਿਸ ਇਜ਼ ਰੋਂਗ। ਆਪਸ਼ਨ ਡੀ, ਐਮਟੀ ਦ ਡਰੇਨੇਜ ਚੈਂਬਰ ਐਟ ਦ ਐਂਡ ਆਫ ਦ ਸ਼ਿਫਟ। ਸੋ ਚੈਸਟ ਡਰੇਨੇਜ ਚੈਂਬਰ ਨੋਰਮਲੀ ਐਮਟੀ ਨਹੀਂ ਕੀਤਾ ਜਾਂਦਾ। ਦਿਸ ਇਜ਼ ਆਲਸੋ ਰੋਂਗ। ਜੋ ਡਰੇਨੇਜ ਸਿਸਟਮ ਆ ਇਹ ਕਲੋਜ਼ਡ ਸਟੇਰਾਈਲ ਸਿਸਟਮ ਹੁੰਦਾ ਆ ਐਂਡ ਨਰਸ ਡਰੇਨੇਜ ਅਮਾਊਂਟ ਮਾਰਕ ਕਰ ਦਿੰਦੀ ਆ ਐਂਡ ਡਾਕੂਮੈਂਟ ਕਰਦੀ ਆ, ਪਰ ਚੈਂਬਰ ਨੂੰ ਰੂਟੀਨ ਐਂਡ ਆਫ ਸ਼ਿਫਟ 'ਤੇ ਐਮਟੀ ਨਹੀਂ ਕਰਦੀ ਬਿਕੋਜ਼ ਉਸ ਡਰੇਨੇਜ ਸਿਸਟਮ ਨੂੰ ਓਪਨ ਕਰਨ ਦੇ ਕਾਰਨ ਇਨਫੈਕਸ਼ਨ ਹੋ ਸਕਦੀ ਆ, ਏਅਰ ਐਂਟਰੀ ਦਾ ਰਿਸਕ ਵੱਧ ਸਕਦਾ ਹੈ। ਸੋ ਦਿਸ ਇਜ਼ ਆਲਸੋ ਰੋਂਗ। ਕਰੈਕਟ ਆਂਸਰ ਕੀ ਆ? ਪਾਲਪੇਟ ਦ ਸਰਾਊਂਡਿੰਗ ਏਰੀਆ ਫॉर ਕ੍ਰਿਪੀਟਸ। ਨੈਕਸਟ ਕੁਐਸਚਨ ਹੈ ਜੀ, ਵਿਚ ਨਰਸਿੰਗ ਐਕਸ਼ਨ ਇਜ਼ ਇੰਪੋਰਟੈਂਟ ਵੈਨ ਸਕਸ਼ਨਿੰਗ ਦ ਸਿਕ੍ਰੀਸ਼ਨਸ ਆਫ ਅ ਕਲਾਇੰਟ ਵਿਦ ਟ੍ਰੈਕਿਓਸਟਮੀ। ਸੋ ਜਦੋਂ ਨਰਸ ਟ੍ਰੈਕਿਓਸਟਮੀ ਵਾਲੇ ਪੇਸ਼ੈਂਟ ਦੀ ਸਿਕ੍ਰੀਸ਼ਨਸ ਨੂੰ ਸਕਸ਼ਨ ਕਰ ਰਹੀ ਆ ਤਾਂ ਕਿਹੜਾ ਨਰਸਿੰਗ ਐਕਸ਼ਨ ਉਸ ਟਾਈਮ 'ਤੇ ਇੰਪੋਰਟੈਂਟ ਹੋਊਗਾ? ਆਪਸ਼ਨ ਏ, ਯੂਜ਼ ਅ ਨਿਊ ਸਟੇਰਾਈਲ ਕੈਥੇਟਰ ਵਿਦ ਈਚ ਇਨਸਰਸ਼ਨ। ਸੋ ਸਕਸ਼ਨਿੰਗ ਵਿੱਚ ਸਟੇਰਾਈਲ ਟੈਕਨੀਕ ਤਾਂ ਬਿਲਕੁਲ ਇੰਪੋਰਟੈਂਟ ਹੈਗੀ ਆ, ਬਟ ਸੇਮ ਸਟੇਰਾਈਲ ਕੈਥੇਟਰ ਅਸੀਂ ਯੂਜ਼ ਕਰ ਸਕਦੇ ਹੈਗੇ ਆ ਰਿਪੀਟਡ ਸਕਸ਼ਨਿੰਗ ਦੇ ਲਈ। ਹਰ ਇਨਸਰਸ਼ਨ ਦੇ ਲਈ ਨਵਾਂ ਕੈਥੇਟਰ ਮੈਂਡੇਟਰੀ ਨਹੀਂ ਹੁੰਦਾ। ਦਿਸ ਇਜ਼ ਰੋਂਗ। ਆਪਸ਼ਨ ਬੀ, ਇਨੀਸ਼ੀਏਟ ਸਕਸ਼ਨ ਐਜ਼ ਦ ਕੈਥੇਟਰ ਇਜ਼ ਬੀਂਗ ਵਿਦਡਰਾਨ। ਸੋ ਯੈਸ, ਦਿਸ ਇਜ਼ ਕਰੈਕਟ। ਟ੍ਰੈਕਿਓਸਟਮੀ ਸਕਸ਼ਨਿੰਗ ਦੇ ਵਿੱਚ ਨਰਸ ਕੈਥੇਟਰ ਇਨਸਰਟ ਕਰਦੇ ਟਾਈਮ ਸਕਸ਼ਨ ਔਨ ਕਰਦੀ ਆ। ਪਹਿਲਾਂ ਕੈਥੇਟਰ ਜੈਂਟਲੀ ਇਨਸਰਟ ਕੀਤਾ ਜਾਂਦਾ ਆ, ਫਿਰ ਸਕਸ਼ਨ ਅਪਲਾਈ ਕਰਦੇ ਹੋਏ ਕੈਥੇਟਰ ਨੂੰ ਬਾਹਰ ਕੱਢਿਆ ਜਾਂਦਾ ਆ ਐਂਡ ਸਪੈਸ਼ਲੀ ਕਿਹੜੇ ਮੋਸ਼ਨ ਦੇ ਵਿੱਚ ਵਿਦਡਰਾ ਕੀਤਾ ਜਾਂਦਾ ਆ? ਇਨ ਰੋਟੇਟਿੰਗ ਮੋਸ਼ਨ। ਓਕੇ ਜੀ, ਸੋ ਦਿਸ ਇਜ਼ ਕਰੈਕਟ ਆਪਸ਼ਨ। ਆਪਸ਼ਨ ਸੀ ਦਿੱਤੀ ਹੈ, ਇਨਸਰਟ ਦ ਕੈਥੇਟਰ ਅੰਟਿਲ ਦ ਕਫ ਰਿਫਲੈਕਸ ਇਜ਼ ਸਟੀਮੂਲੇਟਡ। ਨੋ, ਦਿਸ ਇਜ਼ ਰੋਂਗ। ਇਹ ਓਲਡ ਪ੍ਰੈਕਟਿਸ ਆ, ਅਨਸੇਫ ਹੋ ਸਕਦੀ ਆ। ਟੂ ਡੀਪ ਇਨਸਰਸ਼ਨ ਕਰਕੇ ਟਰਾਮਾ ਹੋ ਸਕਦਾ ਆ, ਹਾਈਪੋਕਸੀਆ ਹੋ ਸਕਦਾ ਆ ਜਾਂ ਫਿਰ ਮਿਊਕੋਜ਼ਲ ਡੈਮੇਜ ਹੋ ਸਕਦਾ ਆ। ਕੈਥੇਟਰ ਨੂੰ ਸਿਰਫ ਪ੍ਰੀ ਮੈਡ ਡੈਪਥ ਤੱਕ ਹੀ ਇਨਸਰਟ ਕੀਤਾ ਜਾਂਦਾ ਆ, ਦੈਨ ਉਸ ਤੋਂ ਬਾਅਦ ਸਲਾਈਟਲੀ ਵਿਡਰਾ ਕਰਕੇ ਸਕਸ਼ਨ ਅਪਲਾਈ ਕੀਤੀ ਜਾਂਦੀ ਆ। ਕਫ ਰਿਫਲੈਕਸ ਸਟੀਮੂਲੇਟ ਕਰਨ ਤੱਕ ਇਹਨੂੰ ਇਨਸਰਟ ਨਹੀਂ ਕਰਦੇ। ਦਿਸ ਇਜ਼ ਰੋਂਗ। ਆਪਸ਼ਨ ਡੀ, ਰਿਮੂਵ ਦ ਇਨਰ ਕੈਨੂਲਾ ਬਿਫੋਰ ਇਨਸਰਟਿੰਗ ਦ ਸਕਸ਼ਨ ਕੈਥੇਟਰ। ਨੋ, ਦਿਸ ਇਜ਼ ਆਲਸੋ ਰੋਂਗ। ਟ੍ਰੈਕਿਓਸਟਮੀ ਦਾ ਜੋ ਇਨਰ ਕੈਨੂਲਾ ਆ ਉਹਨੂੰ ਰਿਮੂਵ ਕਰਨਾ ਜ਼ਰੂਰੀ ਨਹੀਂ ਹੁੰਦਾ ਸਕਸ਼ਨਿੰਗ ਲਈ। ਇਨਫੈਕਟ ਸਕਸ਼ਨ ਕੈਥੇਟਰ ਜੋ ਹੈ ਉਹ ਟਰੈਕ ਟਿਊਬ ਦੇ ਥਰੂ ਹੀ ਇਨਸਰਟ ਕੀਤਾ ਜਾਂਦਾ ਹੈ। ਓਕੇ ਜੀ, ਸੋ ਕਰੈਕਟ ਆਂਸਰ ਆਪਣਾ ਇਹਦੇ ਵਿੱਚ ਆ ਗਿਆ, ਦੈਟ ਇਜ਼ ਆਪਸ਼ਨ ਬੀ। ਸੋ ਇਹਦੇ ਵਿੱਚ ਯਾਦ ਰੱਖਣਾ ਆ ਕਿ ਜਦੋਂ ਵੀ ਕੈਥੇਟਰ ਦੈਟ ਇਜ਼ ਇਨਸਰਟ ਕੀਤਾ ਜਾਂਦਾ ਆ ਦੈਨ ਉਸ ਟਾਈਮ 'ਤੇ ਬਿਲਕੁਲ ਵੀ ਸਕਸ਼ਨ ਅਪਲਾਈ ਨਹੀਂ ਕੀਤੀ ਜਾਂਦੀ। ਬਟ ਸਕਸ਼ਨ ਅਸੀਂ ਕਦੋਂ ਅਪਲਾਈ ਕਰਦੇ ਹੈਗੇ ਆ? ਜਦੋਂ ਅਸੀਂ ਕੈਥੇਟਰ ਨੂੰ ਰੋਟੇਟਿੰਗ ਮੋਸ਼ਨ ਦੇ ਵਿੱਚ ਵਿਡਰਾ ਆਊਟ ਕਰਨ ਦੇ ਆ, ਉਸ ਟਾਈਮ 'ਤੇ ਅਸੀਂ ਸਕਸ਼ਨ ਅਪਲਾਈ ਕਰਦੇ ਹਾਂ। ਠੀਕ ਹੈ ਜੀ।